चढ़ गए पैदल जाके फिर लारी चढ़ गए। अच्छा टोबे गए, टोबे ते फिर ट्रेन ते चढ़ गए, चलो ट्रेन ते जाके फिर उत्थे तांगियां ते चढ़ गए, अच्छा घर चले गए। ਉੱਥੇ ਚਲੇ ਗਏ। ਕਿੰਨੇ ਦਿਨ ਜੰਜ ਰਹੀ ਉੱਥੇ? जंज एक दिन, एक रात, ਇੱਕ ਰਾਤ। हाँ 2 दिन हो गए। एक जाके मतलब गए ਹਾਂ ਤੇ उस ਸਵੇਰੇ ਆਏ, सुबह आए, दूए दिन आए, फिर दूए दिन ਤੇ ਅਸੀਂ। ਕੀ ਉਹਨਾਂ ਸੇਵਾ ਕੀਤੀ ਜਾਂਦੇ? ਪੈਸੇ ਸੁੱਟੇ ਜੰਜ ਤੇ ਉਦੋਂ और नहीं उस वक्त ਜਿਹੜੇ ਪੈਸਿਆਂ ਦਾ ਰਿਵਾਜ ਤਾਂ ਹੈਗਾ ਸੀ, ਸੁੱਟਦੇ ਹੀ? ਪੈਸੇ ਸੁੱਟਦੇ ਸੀ। ਦਮੜੀਆਂ ਹੁੰਦੀਆਂ ਸੀ ਕਿ ਉਦੋਂ ਤੇ ਪੰਜੂ ਨਹੀਂ, ਤੇ ਲੀਆਂ ਉਸ ਵਕਤ ਆਨੇ ਚਵਾਨੀਆਂ ਸੀ। ਆਨੇ ਆ ਗਏ ਸੀ? ਆਨਾ ਵੀ ਮੈਂ ਨਹੀਂ ਨਹੀਂ ਦੇਖਿਆ। ਆਨਾ ਪੁਰਾਣਾ ਆਨਾ ਸੀ, ਇਹ ਨਹੀਂ ਸੀ 10 ਅੱਛਾ ਪੈਸੇ ਜਿਹੜੇ ਵਾਲਾ। ਆ 10 ਪੈਸੇ ਵਾਲਾ ਆਨਾ ਇਹ ਨਹੀਂ ਨਹੀਂ ਸੀ, ਸੀ? ਉਹ ਹੁੰਦਾ ਇਦਾਂ ਦਾ ਹੀ ਸੀ ਉਹ ਵੀ। ਅੱਛਾ ਤੇ ਉਹ ਮਤਲਬ ਪੁਰਾਣਾ ਆਨਾ ਸੀ, ਦਵਾਨੀ ਸੀ, ਟਕਾ ਸੀ, ਚਵਾਨੀ ਅੱਛਾ। ਸੀ, ਅਠਿਆਨੀ ਸੀ। ਮੈਂ ਪੰਜੂ ਤੋਂ ਸ਼ੁਰੂ ਹੋਇਆ, ਪੰਜੂ ਵੇਖਿਆ ਮੈਂ। ਤੁਸੀਂ ਤਾਂ 5 ਪੈਸਿਆਂ ਦੇ 5 ਪੈਸੇ ਵਾਲੇ ਆ। ਤੁਸੀਂ ਤਾਂ ਬਹੁਤ ਇਹ ਪੁੱਠੂ ਦੇ ਦੌਰ ਦਾ ਰੌਲਾ। ਹਾਂ 5 ਪੈਸੇ ਤੋਂ ਮੈਂ ਸ਼ੁਰੂ ਉਹ ਹੋਇਆ ਪੁੱਟੂ ਤੇ ਦੇ 5 ਪੈਸੇ ਦੇ ਧੂ ਆਉਂਦੇ ਸੀ 2 ਧੂ ਪਾਪੜ ਜਿਹਨੂੰ ਮੁੰਡੇ ਸਲਾਂਟੀਆਂ ਆਉਂਦੇ ਨੇ ਹੁਣ। ਅੱਛਾ ਚਲੋ ਉਹ ਜੰਜ ਚਲੇ ਗਈ ਉੱਥੇ, ਜੰਜ ਉਹਨਾਂ ਨੇ ਬੜਾ ਨਿਕਾਹ ਮੌਲਵੀ ਆ ਗਿਆ। ਮੌਲਵੀ ਸਾਹਿਬ ਆ ਗਿਆ ਜਨਾਬ, ਇਸਲਾਮੀ ਨਿਕਾਹ ਹੋਇਆ ਅੱਛਾ ਅਹਿਲ ਹਦੀਸਾਂ ਦੇ ਤਰੀਕੇ ਨਾਲ, ਅੱਛਾ ਤੇ ਕੋਈ ਰੌਲਾ ਨਹੀਂ, ਕੋਈ ਕਿਸੇ ਤੇ ਕਿਸਮ ਦਾ। ਮੌਲਵੀ ਸਾਹਿਬ ਨੇ ਪੈਸੇ ਲੈ ਨਿਕਾਹ ਦੇ ਪੈਸੇ ਕੋ 5 ਰੁਪਏ ਮੇਰੇ ਕਰ ਦਿੱਤੇ ਅਸੀਂ ਉਹਨੂੰ। ਉਸ ਦੌਰ ਚ 5 ਰੁਪਏ ਕੁਝ ਮਤਲਬ ਆਪਣੀ ਖੁਸ਼ੀ ਨਾਲ ਦਿੱਤੇ। ਇਸ ਦੌਰ ਦਾ ਉਹ 5 ਲੱਖ ਬਣਦਾ ਹੈ ਬੱਲੇ, ਜਦ 10,000 ਬਣ ਜਾਂਦਾ ਉਹ ਇਸ ਦੌਰ ਦਾ। ਅਲਹਮਦੁਲਿਲਾ। ਅੱਛਾ ਉਹ ਨਿਕਾਹ ਪੜਾ ਕੇ ਹੱਕ ਮਹਿਰ ਕਿੰਨਾ ਲਿਖਿਆ ਉਦੋਂ? ਉਦੋਂ ਲਿਖਦੇ ਸੀ ਕਿ ਨਗਦ ਦਿੰਦੇ? ਨਹੀਂ ਹੱਕ ਮਹਿਰ ਸੀ ਕੁਝ ਸੈਂਕੜੇ ਸੀ, ਮੇਰੇ ਹੁਣ ਜ਼ਿਹਨ ਚ ਨਹੀਂ ਯਾਦ ਵੀ ਕਿਤਨਾ ਸੀ। ਬਸ 5000 ਸੀ, 5000 ਉਦੋਂ ਲਿਖਿਆ ਹੱਕ ਮਹਿਰ 5000 ਸਿਰਫ। ਉਦੋਂ ਮੁੰਡਾ ਵੀ ਤੇ ਅਮੀਰ ਬੜਾ ਸੀ ਨਾ, ਹਾਂ ਮੁੰਡਾ ਬਸ 5000 ਰੁਪਏ ਨਹੀਂ, ਉਹ ਰੁਕਾਵਟ ਲਿਖੀ ਸੀ ਨਾ, ਲੋਕ ਫਿਰ ਬੱਚਿਆਂ ਨੂੰ ਖਰਾਬ ਕਰਦੇ ਸੀ। ਅੱਛਾ ਅੱਛਾ ਇਹ ਰੁਕਾਵਟ 5000 ਲੱਭਦਾ ਕਿੱਥੇ ਸੀ? ਹਾਂ ਨਹੀਂ ਉਹ ਡਰਾਵਾ ਸੀ ਉਹ। ਫਿਰ ਅਸੀਂ ਆਪਸ ਵਿੱਚ ਜਿਸ ਵਕਤ ਸਾਲ ਗੁਜ਼ਰਿਆ ਉਹ ਫਿਰ ਮਤਲਬ ਖਤਮ ਹੋ ਗਿਆ। ਉਦੋਂ ਆ ਦੁਕਾਨਨਾਮੇ ਹੈਗੇ ਸੀ? ਨਹੀਂ ਨਿਕਾਹ ਰਜਿਸਟਰ ਨਹੀਂ ਹੋਇਆ, ਰਜਿਸਟਰ ਤਾਂ ਬਾਅਦ ਚ ਹੋਇਆ। ਅੱਛਾ ਉਸੇ ਤਰ੍ਹਾਂ ਸੀ ਉਹ ਮੂੰਹ ਜ਼ਬਾਨੀ ਬੰਦੇ। ਮੇਰਾ ਨਿਕਾਹ ਰਜਿਸਟਰ ਨਹੀਂ ਹੋਇਆ। ਗਵਾਹ ਬੈਂਦੇ ਸੀ? ਹਾਂ ਗਵਾਹ ਬੈਠ ਕੇ ਬਸ ਨਿਕਾਹ ਹੋ ਗਿਆ ਬਸ। ਤੇ ਸ਼ਵਾਰੇ ਵੰਡੇ? ਸ਼ਵਾਰੇ ਵੰਡੇ, ਬਾਕੀ ਹਰ ਸ਼ੈ ਵੰਡੀ, ਬਹੁਤ ਸਭ ਸਮਾਨ ਪੁਰਾਣਾ। ਜੰਜ ਕਿੰਨੀ ਲਗਾਇਆ? ਜੰਜ ਮੇਰੇ ਕੋਲ ਹੋਣੇ 20-25 ਬੰਦੇ। 20-25? ਹਾਂ ਤੇ ਹੁਣ ਤੇ ਮੰਗਣੀਆਂ ਤੇ 20-25 ਲਾਈ ਜਾਂਦੇ। ਨਹੀਂ ਹੁਣ ਉਸ ਵਕਤ ਲਾਈ ਜਾਂਦੇ ਉਹ ਬੰਦੇ ਵੀ ਉਸ ਵਕਤ ਸਿਆਣੇ ਹੁੰਦੇ ਸੀ, ਜਾਣੇ ਥੋੜੇ ਹੁੰਦੇ ਸੀ ਜੀ। ਤੇ ਨਾਲੇ ਹਾਲਾਤ ਜਿਹੜੇ ਸੀ ਨਾ, ਇਹ ਚੂੰਕਿ ਪਸਮਾਨਦਾ ਇਲਾਕਾ ਸੀ ਸਾਡਾ ਉਸ ਵਕਤ, ਇੰਨੇ ਮਤਲਬ ਫੇਰ ਤਾਂ ਲੋਕ ਹੁਣ ਜੰਜਾਂ ਦਾ ਹੁਣ ਤਾਂ ਇੰਤਹਾ। ਅੱਛਾ ਮੰਜੀਆਂ ਤੇ ਬੈਠੇ ਉਦੋਂ ਜੰਜਾਂ? ਹਾਂ ਮੈਂ ਉੱਥੇ ਜਾ ਕੇ ਮੰਜੀਆਂ ਦਿੱਤੀਆਂ। ਕੁਰਸੀਆਂ ਨਹੀਂ ਸੀ ਉਦੋਂ ਲੱਗਦੀਆਂ? ਨਹੀਂ ਕੁਰਸੀਆਂ ਕੋਈ ਨਹੀਂ ਸੀ, ਮੰਜੀਆਂ ਤੇ ਮੰਜੇ ਦਿੱਤੇ ਉਹਨਾਂ ਨੇ, ਕੱਪੜੇ ਵਿਛਾਏ ਜਨਾਬ। ਠੰਡ ਗਈ ਵਿਆਹ ਕੇ ਕਰਾਇਆ ਕਿ ਗਰਮੀ ਚ? ਅੱਸੂ ਦਾ ਮਹੀਨਾ ਸੀ। ਅੱਸੂ ਮਾਨ ਰਾਲੇ ਦਿਨ ਧੁੱਪਾਂ ਰਾਤ ਨੂੰ ਪਾਲੇ। ਗੱਲ ਆ ਜੀ, ਰੁੱਤ ਬੜੀ ਚੰਗੀ। ਸਤੰਬਰ ਦਾ ਮਹੀਨਾ ਲੰਘ ਗਿਆ ਸੀ, ਅਕਤੂਬਰ ਦਾ ਮਹੀਨਾ ਸੀ ਮੇਰਾ। ਅਕਤੂਬਰ ਚ ਹੋਇਆ ਵਿਆਹ। ਹਾਂ ਆਪਣਾ ਇਕੱਠਾ ਹੀ ਹੋਇਆ ਫਿਰ ਇੱਕੋ ਨੇੜੇ ਹੋ ਗਿਆ ਨਾ। ਅੱਛਾ ਇਸੇ ਬਾਅਦ ਨੇੜੇ ਬੈਠੇ ਆ। ਕੈਸੀ ਗੱਲ ਹੈ। ਅੱਛਾ ਇਹ ਜੋੜ ਅੱਲਾ ਹੀ ਜੋੜ ਦਿੰਦਾ, ਅੱਲਾਹ ਤਾਲਾ। ਤੇ ਵਿਆਹ ਹੋ ਗਿਆ ਤੇ ਕਰਮਾਂ ਲਈ ਕਿੰਨਾ ਪੜੀ ਸੀ ਉਹ? ਬਸ ਉਹ ਉਦੋਂ ਘਰ ਵਾਲੀ ਨੂੰ ਕਰਮਾਂ ਲਈ ਕਿਉਂ ਆਂਦੇ ਸੀ? ਬਸ ਉਹ ਇਹ ਜਾਣ ਕੇ ਲਫ਼ਜ਼ ਆ ਨਾ ਇੱਕ, ਯਾਨੀ ਕਿ ਇੱਜ਼ਤ ਵਾਲਾ ਲਫ਼ਜ਼ ਆ। ਤੇ ਉਹਨੇ ਮਤਲਬ ਉਹਨੇ ਸੰਭਾਲਿਆ ਫਿਰ ਮੇਰਾ, ਯਾਨੀ ਮੇਰਾ ਖਾਨਦਾਨ ਦੀ ਜਿਹੜੀ ਨਾ ਸਾਰੀ ਸਿਸਟਮ ਬਦਲਤਾ ਕਿਉਂਕਿ ਮੈਂ ਬੜਾ ਭਾਈ ਸੀ। ਹਾਂਜੀ ਇਸ ਵਾਸਤੇ ਹਰ ਕਾਮਯਾਬ ਮਰਦ ਦੇ ਪਿੱਛੇ ਔਰਤ ਦਾ। ਹਾਂ ਬਿਲਕੁਲ। ਇਹ ਕੀ ਮਕੂਲਾ ਬਣਿਆ? ਉਹ ਇਹ ਹੈ ਵੀ ਉਹ ਕਿਉਂਕਿ ਉਹਨੇ ਥੋੜੇ ਪੈਸਿਆਂ 'ਚ ਵੀ ਗੁਜ਼ਾਰਾ ਕਰਨਾ, ਹਾਂਜੀ ਬਹੁਤਿਆਂ 'ਚ ਵੀ ਗੁਜ਼ਾਰਾ ਕਰਨਾ। ਅੱਛਾ ਅੱਛਾ ਉਹਦਾ ਮਤਲਬ ਇਹ ਵੀ ਅਗਰ ਕਮੀ ਆ ਜਾਵੇ ਪੈਸਿਆਂ ਦੀ ਤੇ ਉਹਨੇ ਗੁਜ਼ਾਰਾ ਕਰਨਾ, ਬੰਦੇ ਨੂੰ ਇਹ ਨਹੀਂ ਤਕਲੀਫ ਨਹੀਂ ਦੇਣੀ, ਡਿਸਟਰਬ ਨਹੀਂ ਕਰਨਾ। ਇਹ ਨਹੀਂ ਕਹਿਣਾ ਵੀ ਪੈਸੇ ਲਿਆ ਜਿੱਥੋਂ ਮਰਜ਼ੀ, ਉਹ ਫਿਰ ਰਿਸ਼ਵਤ ਲੈਂਦਾ, ਉਹ ਹੋਏਗਾ ਫਿਰ ਉਹ ਗਲਤ ਕੰਮ ਕਰਦਾ। ਉਹ ਨਹੀਂ ਸੀ, ਉੱਤੋਂ ਪੁੱਤੋਂ ਨਹੀਂ ਲਿਆਉਂਦੇ। ਨਾ ਉਹ ਤਾਂ ਯਾਨੀ ਕਿ ਮੇਰੀ ਜਿਹੜੀ ਵਾਈਫ ਸੀ ਨਾ, ਅੱਲਾਹ ਤਾਲਾ ਹਰ ਕਿਸੇ ਨੂੰ ਨਸੀਬ ਕਰੇ। ਗਿਫਟ ਦਿੱਤਾ ਹੀ ਬੇਗਮ ਨੂੰ? ਜਿਹੜਾ ਮੁੰਡੇ ਪਹਿਲੀ ਮੂੰਹ ਵਿਖਾਈ ਦਿੰਦੇ? ਨਹੀਂ ਉਹ ਗਿਫਟ ਜਿਹੜਾ ਕੋਈ ਨਹੀਂ ਸੀ ਜੀ। ਹਿਸਾਬ ਕਿਤਾਬ
ਉਸ ਵਕਤ ਕੋਈ ਨਹੀਂ ਸੀ ਇਹ ਰੌਲੇ ਨਾ ਕੋਈ ਗਹਿਣਾ ਪਾਇਆ ਗਹਿਣਾ ਉਦੋਂ ਸੋਨਾ ਤਾਂ ਫਿਰ ਕਿੰਨੇ ਤੋਲੇ ਸਾਰੇ ਜ਼ੇਵਰ ਜ਼ੂਬਰ ਤੇ ਉੱਥੇ 125 ਰੁਪਏ ਤੋਲਾ ਸੋਨਾ ਸੀ। ਅੱਛਾ 125 ਰੁਪਏ। ਤੇ ਉਦੋਂ ਤੋਲਾ ਲੱਭਦਾ ਕਿੱਥੋਂ ਸੀ? ਤੋਲਾ ਨਹੀਂ ਉਹ ਤੋਲਾ ਫਿਰ ਮੈਂ ਤਾਂ ਤਨਖਾਹ ਲੈਂਦਾ ਸੀ ਨਾ। ਆਹੋ ਮੈਨੂੰ ਤਾਂ ਲੱਭ ਗਿਆ, ਕਾਸ਼ਤਕਾਰੀ ਵੀ ਕਰਦਾ ਸੀ ਮੇਰਾ 12 ਸਾਲ। ਕਿੰਨੇ ਤੋਲੇ ਫਿਰ ਮੇਰੇ ਕੋਲ 7-8 ਤੋਲੇ ਪਾਇਆ ਸੀ ਉਸ ਵੇਲੇ। ਤੇ ਉਹ ਘਰ ਹੀ ਰੱਖਦੇ ਹੁੰਦੇ ਸੀ ਉਦੋਂ? ਨਹੀਂ ਕੋਈ ਚੋਰੀ ਨਹੀਂ ਸੀ। ਅੱਛਾ ਨਾ ਚੋਰ ਚੂਰ ਨਹੀਂ ਹੁੰਦੇ ਸੀ। ਆਂਦੇ ਨੇ ਨਾ ਮੈਂ ਕਿਹਾ ਔਰਤਾਂ ਜਿਹੜੀਆਂ ਇਹ ਮੇਰੀ ਵਾਈਫ ਇਹ ਅਕੇਲੀ ਸਫ਼ਰ ਕਰਦੀ ਸੀ ਪੱਕੇ ਅੰਨੇ ਦਾ। ਇੱਥੋਂ ਟਾਂਗੇ ਤੇ ਚੜਨਾ, ਫਿਰ ਜਾ ਕੇ ਲਾਰੀ ਚੜਨਾ, ਫਿਰ ਗੱਡੀ ਚੜਨਾ, ਫਿਰ ਟਾਂਗੇ ਤੇ ਚੜ ਕੇ ਜਾਣ ਕੇ ਇੰਨੇ ਬਦਲਨੇ ਜਗ੍ਹਾ ਕੱਲੀ ਚਲੇ ਜਾਂਦੀ ਸੀ। ਅੱਲਾ ਉਹ ਆਰਾਮ ਨਾਲ ਘਰ ਚਲੇ ਜਾਣਾ, ਫਿਰ 5-7 ਦਿਨ ਘਰ ਆ ਜਾਣਾ ਵਾਪਸ। ਕਿੰਨਾ ਪੜ੍ਹੀ ਸੀ? ਸਕੂਲ ਹੈ ਨਹੀਂ ਸੀ ਉੱਥੇ। ਅੱਛਾ ਉੱਥੇ ਮੌਲਵੀ ਹੈ, ਪ੍ਰਾਇਮਰੀ ਪੜ੍ਹਾਈ ਹੈ ਉਹਨੇ ਮੌਲਵੀ ਨੇ। ਅੱਛਾ 5-4 ਦਿਨ ਬਾਅਦ ਤਾਂ ਪੜ੍ਹੀ ਸੀ। ਸਹੀ ਹੈ। ਕੁਰਾਨ ਪਾਕ ਪੜ੍ਹੀ ਸੀ, ਇੱਥੇ ਬੱਚਿਆਂ ਨੂੰ ਪੜ੍ਹਾਉਂਦੀ ਰਹੀ। ਲੜਾਈ ਵੀ ਹੋਈ ਸੀ? ਲੜਾਈ ਕਦੇ ਉਹ ਵੀ ਇਹ ਆ ਵੀ ਕੋਈ ਕੰਮ ਮਤਲਬ ਐਸਾ ਗੁੱਸੇ ਵਾਲਾ ਕਰ ਲੈਣਾ ਕਦੇ ਜਿਹੜਾ ਕਿ ਥੋੜਾ ਜਿਹਾ ਹੋ ਜਾਂਦਾ ਰੰਜਿਸ਼ ਨਾ ਮਾਮੂਲੀ, ਰੰਜਿਸ਼ ਮਾਮੂਲੀ ਹੋ ਜਾਂਦੀ ਸੀ ਕਦੇ ਜਿੱਥੇ ਭਾਂਡਾ ਹੋਵੇ ਖੜਾਕ ਹੋ ਜਾਂਦਾ ਕਦੇ ਜਿੱਥੇ ਕੜਾ ਹੋਵੇ ਤੇ ਚਿੱਕੜ ਹੁੰਦਾ ਹੈ। ਆਮ ਨਹੀਂ, ਇਹ ਨਹੀਂ ਹੈਗੀ ਵੀ ਹਰ ਬਸ ਇਹ ਜਿਹੜੀ ਲੜਾਈ ਝਗੜਾ ਬਿਲਕੁਲ ਨਹੀਂ, ਬਲਕਿ ਉਹ ਤਾਂ ਇੱਥੇ ਮਹੱਲੇ ਦੇ ਵਿੱਚ ਸੁਲ੍ਹਾ ਕੁੱਲ ਹਰ ਘਰ ਵਿੱਚ ਸੁਲ੍ਹਾ ਉਹਨੇ ਕਰਾਉਣੀ। ਹਰ ਘਰ ਦਾ ਮਤਲਬ ਹਰ ਜਿਹੜਾ ਮਹੱਲੇ ਦੀਆਂ ਔਰਤਾਂ ਉਹਦਾ ਅਦਬ ਕਰਦੀਆਂ ਸੀ। ਉਹਨੂੰ ਸਾਰੀ ਜਿਹੜੀ ਇਹ ਔਰਤਾਂ ਮਹੱਲੇ ਦੀਆਂ ਨਾ ਆਪਾ ਜੀ। ਹਾਂਜੀ ਆਪਾ ਜੀ, ਮੈਂ ਵੀ ਆਪਾ ਜੀ ਕਹਿੰਦਾ ਹੁੰਦਾ ਸਾਡੇ ਮਹੱਲੇ 'ਚ ਵੀ ਜਿਹੜੀ ਤੁਸੀਂ ਤਾਂ ਮੇਰੀ ਵਾਈਫ ਦੇਖੀ ਆ? ਹਾਂ ਬਿਲਕੁਲ ਮੈਂ ਵੇਖੀ। ਮੈਂ ਅੰਮਾ ਵੀ ਵੇਖੀ ਏ ਤੁਹਾਡੀ ਅੰਮਾ ਕਿੰਨੀ ਦੇਰ ਮੈਂ ਬਹਿਣਾ ਹੁੰਦਾ ਸਾਂ। ਤੁਸੀਂ ਬਾਲਦਾ ਤਾਂ ਤੁਸੀਂ ਆ ਵੀਡੀਓ ਬਣਾਉਂਦੇ ਤੇ ਜਿੱਦਾਂ ਮੇਰੀ ਲੱਗੇ ਬਣਾਉਣਾ। ਅੰਮਾ ਉਦੋਂ ਬਣਾਉਣੀ ਚਾਹੀਦੀ ਸੀ ਉਸ ਵਕਤ। ਉਸ ਵੇਲੇ ਇਹ ਉਦੋਂ ਇਹ ਸਿਆਪੇ ਨਹੀਂ ਸੀ ਹੁੰਦੇ ਨੇ, ਇਹ ਸਿਸਟਮ ਹੈ ਨਹੀਂ ਸੀ। ਹੁਣ ਉਦੋਂ ਆਂਦੇ ਨੇ ਨਾ ਉਹ ਗੱਲ ਹੁਣ ਵਿੱਚ ਆ ਗਈ ਹੈ। ਉਦੋਂ ਕਜ਼ਨ ਸਿਆਪਾ ਨਹੀਂ ਸੀ, ਆਂਟੀ ਅੰਕਲ ਪਾਪਾ ਨਹੀਂ ਸੀ। ਉਦੋਂ ਚਾਚੇ ਦਾ ਪੁੱਤ ਭਰਾ ਪਤਰੇਰ ਹੁੰਦਾ ਸੀ, ਮਾਸੀ ਦਾ ਪੁੱਤ ਭਰਾ ਮਸੇਰ ਹੁੰਦਾ ਸੀ। ਰਿਸ਼ਤਿਆਂ ਦੀ ਵੰਡ ਹੁੰਦੀ ਸੀ। ਫੁੱਫੀ ਦਾ ਮੁੰਡਾ ਫਫੇਰਾ ਹੁੰਦਾ ਸੀ, ਮਾਮੇ ਦਾ ਮੁੰਡਾ ਮੇਰਾ ਹੁੰਦਾ ਸੀ। ਤੇ ਹੁਣ ਜਿਹਨੂੰ ਪੁੱਛੋ ਕਜ਼ਨ ਇਹ ਨਵਾਂ ਹੀ ਸਿਆਪਾ ਹੈ। ਕਜ਼ਨ ਵਾਲਾ ਇਹਨੇ ਖਰਾਬਾ ਕੀਤਾ ਹੈ, ਇਹਨੇ ਕੀਤਾ ਹੈ। ਇਹ ਲਫ਼ਜ਼ ਕਜ਼ਨ ਜਿਹੜਾ ਆ ਗਿਆ ਨਾ ਅੰਗਰੇਜ਼ੀ ਦੀ ਪਹਿਚਾਣ ਮੁੱਕ ਗਈ, ਰਿਸ਼ਤੇ ਦੀ ਵੰਡ ਕਿਸੇ ਨੂੰ ਪਤਾ ਨਹੀਂ ਇਹ ਕਜ਼ਨ ਕਹਿੰਦੇ ਕਿਹੜੇ ਨੂੰ। ਉਹਦਾ ਤਰਜਮਾ ਫਿਰ ਉਸਤਾਦ ਨਹੀਂ ਦੱਸਦਾ। ਲੋਕੀ ਤੋਰੀਆਂ ਲੈਣ ਜਾਣ, ਤੋਰੀਆਂ ਦਾ ਵੀ ਪਤਾ ਲੱਗ ਜਾਂਦਾ ਭਿੰਡੀ ਤੋਰੀ ਹੈ ਕਿ ਵੱਲ ਤੋਰੀ ਹੈ। ਇਹਨਾਂ ਦਾ ਨਹੀਂ ਪਤਾ ਲੱਗਦਾ, ਇਹਦਾ ਤਾਂ ਪਤਾ ਨਹੀਂ ਲੱਗਦਾ ਗੱਲ। ਉਦੋਂ ਕਜ਼ਨ ਸਿਆਪਾ ਨਹੀਂ ਸੀ, ਆਂਟੀ ਅੰਕਲ ਪਾਪਾ ਨਹੀਂ ਸੀ। ਏਡੇ ਉਦੋਂ ਬੀਬੀ ਨੂੰ ਅਸੀਂ ਨਾਨੀ ਨੂੰ ਬੀਬੀ ਕਹਿਣਾ, ਉਦੋਂ ਅਦਬ ਕਰਦੇ ਸੀ, ਭਾਊ ਕਹਿ ਲੈਣਾ। ਭਾਊ ਕਹਿੰਦੇ ਸੀ ਲੋਕ। ਮੈਂ ਕਹਿੰਦਾ ਤੁਹਾਨੂੰ ਮੇਰੀ ਗੱਲ ਸੁਣੋ, ਜਵਾਨ ਕਜ਼ਨ ਜਿਹੜਾ ਨਾ ਚਾਚੇ ਦਾ ਪੁੱਤ ਉਹ ਲੜਕੀਆਂ 'ਚ ਨਹੀਂ ਜਾਂਦਾ ਸੀ। ਲੜਕੇ ਦੇ ਕਮਰੇ 'ਚ ਨਹੀਂ ਜਾਣਾ ਉਹਨੇ। ਕਿਆ ਅੱਛਾ ਆ ਜਿਹੜੇ ਹੁਣ ਲਾੜੇ ਇਹ ਕੁੜੀਆਂ ਦੇ ਮੁੰਡੇ ਦੇ ਕੁੱਤ ਜਦੋਂ ਦੁੱਧ ਪਲਾਈ ਦੀ ਰਸਮ ਹੁੰਦੀ ਤੇ ਬੇਲੀਆਂ ਨੂੰ ਕੋਲ ਸੱਦ ਲੈਂਦੇ ਨੇ। ਤੇ ਇਹ ਕਿੱਡੇ ਭੈੜਾ ਕੰਮ ਹੈ। ਇਹ ਤਾਂ ਫਿਰ ਰਿਵਾਜ ਬਣਾਏ ਲੋਕਾਂ ਨੇ, ਬੜਾ ਪੁਰਾਣੇ ਜਨਾਬ ਗਲਤ ਮਤਲਬ ਉਹ ਸਿੱਖਾਂ ਦਾ ਰਿਵਾਜ ਜਿਹੜਾ ਚੱਲਦਾ ਸੀ ਉਸ ਵਕਤ ਚੱਲਦਾ ਸੀ। ਉਹ ਚੱਲਦਾ ਤੋੜ ਚੱਲਿਆ ਉਹ ਚੱਲਦਾ ਰਿਹਾ। ਇਹ ਹੁਣ ਇੱਕ ਗੱਲ ਹੋਰ ਦੱਸੋ, ਵਿਆਹ ਤੁਹਾਡਾ ਹੋ ਗਿਆ ਤੇ ਪਹਿਲਾ ਬੱਚਾ ਅੱਲਾ ਨੇ ਕਦੋਂ ਦਿੱਤਾ ਜਿਹਨੂੰ ਪਲੇਠੀ ਦਾ ਪੁੱਤਰ ਆਂਦੇ? ਇਹ ਖਾਲਦ ਮਹਿਮੂਦ ਅਲ ਹਕ। ਅੱਛਾ ਇਹ ਖਾਲਦ ਪਹਿਲਾ ਜੁਮੇ ਨੂੰ ਪੈਦਾ ਹੋਇਆ ਹੈ। ਇਸੇ ਬਾਅਦ ਖਾਲਦ ਮੇਰਾ ਯਾਰ ਬਣ। ਅੱਛਾ ਇਹ ਪੈਦਾ ਹੋ ਗਿਆ ਕਿਹੜੇ ਸਨ ਚ ਪੈਦਾ ਹੋਇਆ? ਇਹ ਸਨ ਤੁਸੀਂ ਸਮਝ ਲਓ ਵੀ ਇਹ ਸਨ 68 ਚ। 68 ਚ ਹੋ ਗਿਆ ਪੈਦਾ। 68 ਚ 69 ਚ ਹੋ ਗਿਆ। ਮਤਲਬ ਹੁਣ ਮੇਰੇ ਲਾਮਾ ਸਾਨ ਲਈ ਜ਼ਹੀਰ ਰਹਿਮਤੁल्लाह ਅਲੈਹ 1968 ਚ ਪੜ੍ਹ ਕੇ ਆਏ ਸੀ ਸਊਦੀਆ ਚੋਂ। ਅੱਛਾ ਇਹ ਦੇਖ ਲਓ ਵੀ ਇਹ ਪੈਦਾ ਹੋਇਆ, ਫਿਰ ਦੂਸਰਾ ਵੀ ਬੇਟਾ ਪੈਦਾ ਹੋਇਆ। ਅੱਛਾ ਉਹ ਸਾਲ ਬਾਅਦ ਫਿਰ ਪੈਦਾ ਹੋਇਆ? ਸਾਲ ਬਾਅਦ ਨਹੀਂ, 2 ਸਾਲ ਬਾਅਦ 2 ਸਾਲ ਬਾਅਦ ਆਇਆ ਪੈਦਾ ਹੋਇਆ ਦੂਆ ਬੇਟਾ। ਅੱਛਾ ਉਸ ਤੋਂ ਬਾਅਦ ਫਿਰ ਬੇਟੀ ਦਿੱਤੀ ਰੱਬ ਨੇ। ਫਿਰ ਅੱਲਾ ਨੇ ਧੀ ਦਿੱਤੀ। ਜਿਹੜੀ ਬੇਟੀ ਦਿੱਤੀ ਉਹ ਬੇਟੀ ਨੂੰ ਖੁਨਾਕ ਹੋ ਗਿਆ ਸੀ। ਅੱਛਾ ਉਹ ਨਿੱਕੀ ਨੂੰ ਇਹ ਖੁਨਾਕ ਹੋ ਗਿਆ। ਅੱਛਾ ਆ ਹੁਣ ਵੀ ਲਿਖਿਆ ਹੁੰਦਾ ਹਸਪਤਾਲ ਖੁਨਾਕ ਸ਼ਤੰਜ ਉਸ ਵਕਤ ਖੁਨਾਕ ਖਸਰਾ ਇਲਾਜ ਜਿਹੜਾ ਨਾ ਉਹ ਫੈਸਲਾਬਾਦ ਮੈਂ ਲੈ ਗਿਆ ਉਹਨੂੰ। ਉਹਨਾਂ ਨੇ ਡਾਕਟਰ ਨੇ ਉਹਦਾ ਲੈਲਪੁਰ ਅੱਛਾ ਉੱਥੇ ਲੈਲਪੁਰ ਲੈ ਗਿਆ ਉਹਨਾਂ ਨੇ। ਮਤਲਬ ਡਾਕਟਰ ਨੇ ਉਹਦੀ ਕੇਅਰ ਨਹੀਂ ਕੀਤੀ ਨਾ ਕੇਅਰ ਨਹੀਂ ਕੀਤੀ। ਤੇ ਕੇਅਰ ਹੁਣ ਵੀ ਕਦੋਂ ਕਰਦੇ ਨੇ ਹਸਪਤਾਲ? ਨਾ ਉਹ ਬੱਚੀ ਰਾਤ ਨੂੰ ਡੈਥ ਹੋ ਗਈ ਉਹਦੀ, ਸਾਹ ਬੰਦ ਹੋ ਗਿਆ। ਖੁਨਾਕ ਕਿੰਨੀਆਂ ਧੀਆਂ ਸੀ? ਇੱਕ ਬੱਚੀ ਰੱਬ ਨੇ ਦਿੱਤੀ ਨਾ ਜਿਸ ਵਕਤ, 2 ਵਿੱਚ ਬੇਟਿਆਂ ਦੇ
ਤੇ ਉਹ ਫਿਰ ਲੋਕ ਤਾਂ ਕਰਦੇ ਨਾ ਅਫਸੋਸ ਬੇਟੀ ਦਾ, ਅਸੀਂ ਖੁਸ਼ੀ ਕੀਤੀ, ਅਸੀਂ ਫਿਰ ਰੱਬ ਕੋਲ ਮੰਗੀ, ਫਿਰ ਦੁਬਾਰਾ ਫਿਰ ਮੰਗੀ, ਫਿਰ ਰੱਬ ਨੇ ਮੰਗੇ ਦਿੱਤੀ। ਇਹ ਰੱਬ ਨੇ ਹਰ ਚੀਜ਼ ਦਿੱਤੀ। ਫਿਰ ਬੱਚੀ ਦਿੱਤੀ, ਬੱਚੀ ਦੇ ਉੱਤੋਂ ਫਿਰ ਉਹਦੇ ਬਾਅਦ 3 ਬੇਟੇ ਦਿੱਤੇ, ਫਿਰ ਅੱਲਾ 3 ਦਿੱਤੇ, ਹੋਰ 3 ਬੇਟੇ, 3 ਤੇ 2 5 ਪੁੱਤਰ ਹੋ ਗਏ। ਮੁਹੰਮਦ ਜ਼ਿਆਉਲ ਹਕ, ਹਾਂਜੀ, ਤੇ ਉਹਦੇ ਬਾਅਦ ਜਨਾਬ ਇਮਤਿਆਜ਼ੁਲ ਹਕ, ਛੋਟਾ ਸਾਰਾ ਨੇ ਇਤਸ਼ਾਮੁਲ ਹਕ। ਅੱਛਾ, ਵੱਡਾ ਮੁੰਡਾ ਫਿਰ ਤੁਸੀਂ ਪੜਾਉਣ ਲੱਗ ਪਏ? ਖਾ ਲਓ, ਇਹ ਪੜਨ ਲੱਗ ਗਿਆ, ਮੇਰਾ ਯਾਰ ਹੈ, ਇਹ ਪੜਨ ਲੱਗ ਗਿਆ। ਇਹ ਪਹਿਲੇ ਇੱਥੇ ਪੜ੍ਹੇ, ਆਪਣੇ 720 ਸਕੂਲ ਖੁੱਲ ਗਿਆ ਸੀ। ਤੁਹਾਨੂੰ ਮੈਨੂੰ ਬੇਲੀ ਵੀ ਤੇ ਇਹਨੇ ਬਣਾਇਆ ਨਾ? ਹਾਂ, ਖਾਲਦ ਨੇ, ਬਿਲਕੁਲ ਹੈ, ਹਾਂ, ਇਹ ਖਾਲਦ ਨੇ ਬੁਲਾਇਆ ਨਾ ਮੈਨੂੰ ਇੱਥੇ ਤੇ ਬੇਲੀ ਬਣ ਗਏ। ਨਹੀਂ, ਇਹ ਤਾਂ ਇਹ ਇਸਲਾਮੀ ਸ਼ਰੀਅਤ ਦੇ ਵਿੱਚ, ਇਸਲਾਮ ਦੇ ਕੰਮਾਂ ਦੇ ਵਿੱਚ ਇਹ ਮੈਨੂੰ ਅੱਗੇ ਲੰਘ ਗਿਆ। ਬਿਲਕੁਲ। ਮੈਂ ਚੂੰਕਿ ਦੁਨੀਆਦਾਰ ਜ਼ਿਆਦਾ ਸੀ। ਕਿਉਂ ਦੁਨੀਆਦਾਰ? ਇਸ ਵਾਸਤੇ ਸੀ ਤਨਖਾਹ ਕੋਲ ਥੋੜੀ ਸੀ ਵੀ ਦੂਸਰੇ ਫੈਮਿਲੀ ਨੂੰ ਮੈਂ ਨਾਲ ਲੈ ਕੇ ਚੱਲਣਾ ਸੀ, ਨਾਲ ਚੱਲਣਾ ਹੁੰਦਾ ਸੀ। ਛੋਟੇ ਭਰਾ ਜਿਹੜੇ ਉਹ ਟੀਚਰ ਬਣਾਇਆ, ਇੱਕ ਪੜ੍ਹ ਨਹੀਂ ਸਕਿਆ, ਛੋਟਾ ਭਰਾ, 3 ਭਾਈ ਅਸੀਂ, ਇੱਕ ਟੀਚਰ ਬਣਿਆ, ਉਹ ਵੀ ਰਿਟਾਇਰ ਹੋ ਗਿਆ ਹੁਣ, ਤੇ ਜਿਹੜਾ ਟੀਚਰ ਨਹੀਂ ਬਣੇ ਉਹ ਮੇਰੇ ਨਾਲ ਜਾਂ ਕਾਸ਼ਤਕਾਰੀ ਕਰ ਲਿਆ ਸੀ ਮੁਸ਼ਤਰਕਾ ਹੀ। ਉਹਨੂੰ ਜ਼ਮੀਨ ਮੁੱਲ ਲੈ ਕੇ ਮੈਂ ਆਪ ਖੁਦ ਦਿੱਤੀ। ਫਿਰ ਉਹ ਤਰਵੇਲਾ ਵਾਲੀ ਜ਼ਮੀਨ ਜਿਹੜੀ ਨੇ ਅੱਧਾ ਮਰਬਾ ਮੈਨੂੰ ਰੱਬ ਨੇ ਇਨਾਮ 'ਚ ਦਿੱਤਾ। ਫਿਰ ਬੱਚਿਆਂ ਨੂੰ ਮੈਂ ਇਸ ਤਰੀਕੇ ਨਾਲ ਪੜ੍ਹਾਇਆ ਨਾ, ਫਿਰ ਇਨਾਮ ਮਿਲਿਆ ਮੈਨੂੰ ਅੱਧਾ ਮਰਬਾ। ਅੱਧਾ ਮਰਬਾ ਗਵਰਨਮੈਂਟ ਨੇ ਇਨਾਮ ਦਿੱਤਾ? ਨਹੀਂ, ਵੈਸੇ ਰੱਬ ਨੇ ਦਿੱਤਾ, ਅੱਲਾ ਨੇ ਦਿੱਤਾ। ਉਹ ਕਿੱਦਾਂ ਦਿੱਤਾ? ਇੱਕ ਟਿਊਬਵੈੱਲ ਲਿਆ 6000 ਦਾ ਮੈਂ, ਅੱਲਾ, ਉਹ ਬੰਦਾ ਮੇਰੇ ਪਿੱਛੇ ਪੈ ਗਿਆ, ਟਿਊਬਵੈੱਲ ਚੱਲ ਪਿਆ, ਟਿਊਬਵੈੱਲ ਆਮਦਨੀ ਦੇਣ ਲੱਗ ਗਿਆ। ਉਹ ਬੰਦਾ ਕਹਿੰਦਾ ਮੈਂ ਵਾਪਸ ਲੈਣਾ ਟਿਊਬਵੈੱਲ, ਵਾਪਸ ਮੈਂ ਦਿੱਤਾ ਬੜੀ ਮੁਸ਼ਕਲ ਨਾਲ ਉਹਨੂੰ 33000 ਦਾ। ਅੱਛਾ, ਲੇਕਿਨ ਮੈਂ ਬਦਦੁਆ ਵੀ ਕੀਤੀ। ਅੱਛਾ, ਮੈਂ ਕਿਹਾ ਇਹਨੇ ਕੋਲ ਰੱਬਾ ਮੇਰੇ ਕੋਲ ਲਿਆ ਜਬਰਨ, ਇਹਦੇ ਨਸੀਬਾਂ 'ਚ ਨਾ ਹੋਵੇ। ਜ਼ੁਲਮ ਨਹੀਂ ਕਿਸੇ ਨਾਲ ਕਰਨਾ ਚਾਹੀਦਾ। ਉਹ ਪੈਸੇ ਲੈ ਮੈਂ, ਉਹ ਟਿਊਬਵੈੱਲ ਸਾਲ ਬਾਅਦ ਬੰਦ ਹੋ ਗਿਆ। ਉਹ 33000 ਨੇ ਮੈਂ 3 ਕਿੱਲੇ ਜ਼ਮੀਨ ਦੇ ਲੈ ਤਰਵੇਲੇ ਆਣਾ ਕੋਲ। ਹਾਂਜੀ, 11000 ਦਾ ਕਿੱਲਾ। ਲਓ ਜੀ, 11000 ਦਾ ਕਿੱਲਾ ਲਿਆ। ਉਹ 33 ਦੇ 3 ਲੈ ਲੈ, ਫਿਰ ਕਿੱਲਾ ਲੈਣ ਲੱਗ ਗਏ। ਹਰ ਸਾਲ 1 ਕਿੱਲਾ ਲੈ। ਹੁਣ ਮੁੰਡੇ 11000 ਦਾ ਮੋਬਾਈਲ ਲੈ ਕੇ ਰਾਜੀ ਨਹੀਂ। ਹੁਣ ਤੇ 50,000 ਦਾ ਮੋਬਾਈਲ ਲੈਂਦੇ ਨੇ। ਮੁੰਡਾ ਆ ਬੈਠਾ ਜਿਹੜਾ ਮੇਰਾ ਪੋਤਾ ਜ਼ਿਆਉਲ ਹਕ ਦਾ ਬੇਟਾ ਹੈ, ਇਹ ਆਂਦਾ ਇਹਨੇ ਕੀ ਕੀਤਾ, ਇੱਥੇ ਪਾ ਕੇ ਨਾ ਡਿੱਗੀ 'ਚ ਵੜ ਕੇ ਪਾਣੀ ਵਾਲੀ 'ਚ, ਉਹ ਭਿੱਜ ਗਿਆ ਚਬੱਚੇ 'ਚ ਹੈ। ਉਹ ਮੁੰਡਾ ਦੁੱਠਾ ਚਾਚਾ ਇਹਦਾ ਕਹਿੰਦਾ ਇਹਦਾ ਬੇੜਾ ਗਰਕ ਹੋ ਗਿਆ, ਛੇਤੀ ਆ ਬਾਹਰ। ਅੱਛਾ, ਹੁਣ 700 ਰੁਪਇਆ ਮੰਗਦਾ, ਕਹਿੰਦਾ ਮੈਨੂੰ ਪੈਸੇ ਦਿਓ। ਫਿਰ ਉਹ 11000 ਦਾ ਕਿੱਲਾ ਲਿਆ, 11000 ਦਾ ਕਿੱਲਾ ਲਿਆ। ਹਾਂ, ਉਹ ਸਾਰਾ ਅੱਧਾ ਮਰਬਾ ਹੀ ਲੈ ਲਿਆ। ਫਿਰ ਸਾਰਾ ਲੈ ਲਿਆ, ਸਾਰੇ ਭਾਈਆਂ ਨੂੰ ਵੀ ਹਿੱਸਾ ਦਿੱਤਾ, ਵਿੱਚੋਂ ਭੈਣਾਂ ਨੂੰ ਵੀ ਦਿੱਤਾ। ਉਸ ਰਕਬੇ ਚੋਂ ਵੰਡ ਕੇ ਖਾਦਾ, ਵੰਡ ਕੇ ਹੁਣ ਵੀ ਖਾਂਦੇ ਪਏ। ਆਪ ਨੇ ਇਕੱਲੇ ਲਾਜ ਨਹੀਂ ਕੀਤਾ। ਚੰਗੀ ਗੱਲ, ਨਾ ਭਾਈਆਂ ਨੂੰ ਨਾਲ ਦਾ। ਜਿਹੜਾ ਅਨਪੜ੍ਹ ਭਾਈ ਸੀ ਉਹਨੂੰ ਵੀ ਨਾਲ ਰੱਖਿਆ। ਬਿਲਕੁਲ ਚੰਗਾ ਕੀਤਾ। ਅੱਛਾ, ਉਹਦੀ ਔਲਾਦ ਪੜ੍ਹਾਈ। ਤੇ ਕਿਹੜੇ ਸਾਲ 'ਚ ਤੁਸੀਂ ਰਿਟਾਇਰ ਹੋਏ? ਮੈਨੂੰ 95 'ਚ ਰਿਟਾਇਰ ਕੀਤਾ ਖਾਲਦ ਨੇ, ਤੁਹਾਡੇ ਭਰਾ ਨੇ। ਅੱਛਾ, ਵੀ ਹੁਣ ਰਿਟਾਇਰਮੈਂਟ 5 ਸਾਲ ਪਹਿਲੇ। ਅੱਛਾ, 5 ਸਾਲ ਪਹਿਲੇ ਰਿਟਾਇਰਮੈਂਟ ਹੋ ਗਈ। ਹਾਂ, ਉਹਨੂੰ ਮਤਲਬ ਕਹਿੰਦਾ ਛੱਡੋ ਜੀ, ਦਫਾ ਕਰੋ ਨੌਕਰੀ ਨੂੰ ਹੁਣ ਤੁਸੀਂ। ਹਾਂਜੀ, ਫਿਰ ਮੈਂ ਕਾਰੋਬਾਰ ਲੱਗਿਆ ਕਰਨ। ਅੱਛਾ, ਤਜਾਰਤ ਦਾ। ਚੰਗੀ ਗੱਲ, ਤਜਾਰਤ ਦਾ ਕਾਰੋਬਾਰ ਕੀਤਾ। ਅੱਛਾ, ਜਦੋਂ ਰਿਟਾਇਰਮੈਂਟ ਲਈ ਕਿ ਤੁਹਾਨੂੰ ਕਿੰਨੇ ਪੈਸੇ ਮਿਲੇ? ਪੈਸੇ ਬਥੇਰੇ ਮਿਲੇ, ਲੇਕਿਨ ਬੱਚਿਆਂ ਨੂੰ ਬੇਸਮਝਾਂ ਨੂੰ ਪਤਾ ਨਹੀਂ ਸੀ, ਇਹਨਾਂ ਨੇ ਪੈਸੇ ਸਾਰੇ ਉਡਾਤੇ। ਬਾਲ ਡਾ ਦਿੰਦੇ ਨੇ, ਉਡਾ ਦਿੱਤੇ। ਬੇਟੀ ਦੀ ਸ਼ਾਦੀ ਕੀਤੀ, ਇੱਕੋ ਹੀ ਬੇਟੀ ਸੀ, ਉਹ ਸਾਰੇ ਸ਼ਾਦੀ ਦੇ ਲਾਤੇ, ਸਾਰੇ ਪੈਸੇ ਲਾ। ਇਹਨਾਂ ਨੇ ਅਸਲ 'ਚ ਕਮਾਏ ਹੁੰਦੇ ਨਾ ਮਿਹਨਤ ਨਾਲ, ਤੇ ਮੇਰੇ ਰੱਬ ਨੇ ਦੇ ਦਿੱਤੇ। ਫਿਰ ਮੈਨੂੰ ਫਿਰ ਹੋਰ ਦੇ ਦਿੱਤੇ। ਹੁਣ ਮੇਰੀ 50,000 ਪੈਨਸ਼ਨ ਆ ਜਨਾਬ। ਅੱਛਾ, ਤੇ ਹੁਣ ਕੋਈ ਗੁਥਲੀ ਜੋੜੀ ਹੈ? ਨਹੀਂ, ਮੈਂ ਉਹ ਹੈ ਨਾ ਦੁਆ, ਤੁਸੀਂ ਮੌਲਵੀ ਯਾਦ ਕਰਾਉਂਦੇ, ਕਹਿੰਦੇ ਜੁਬਨ ਬੁਖਲ। ਹਾਂਜੀ, ਅੱਲਾਹ ਮੈਨੂੰ ਔਜ਼ਵੇ ਕਾ ਮਿਨਲ ਜੁਬਨੇ ਮਿਨਲ ਬੁਖਲੇ। ਇਹ ਮੈਂ ਸੁਬਹ ਸ਼ਾਮ ਪੜ੍ਹਦਾ। ਹਾਂਜੀ, ਤੇ ਅਰਜ਼ਲ ਉਮਰੇ ਬਿਲਕੁਲ ਫਿਤਨਤੁਲ ਦੁਨੀਆ ਬਾਅਦ ਆਬਲ ਕਬਰ। ਹਾਂਜੀ, ਅੱਲਾਹ ਤਾਲਾ ਬਚਾਵੇ। ਮੈਂ ਇਸ ਉਹ ਅੱਲਾਹ ਨੇ ਮੈਨੂੰ ਬਚਾ ਰੱਖਿਆ, ਬੁਖਲ ਨਹੀਂ। ਮੈਂ ਤਕਰੀਬਨ 500 ਰੁਪਇਆ 1000 ਬੱਚਿਆਂ ਨੂੰ ਤਕਸੀਮ ਕਰਦਾ ਹਰ ਰੋਜ਼ ਇੱਥੇ ਬੈਠ ਕੇ ਥੱਲੇ। ਤੇ ਮੇਰੇ ਲਈ ਕਿੰਨੇ ਜੋੜੇ? ਤੁਹਾਨੂੰ 500 ਰੁਪਏ ਦਿੱਤਾ ਅੱਜ, ਬਸ ਤੁਸੀਂ ਥੈਲੇ ਦੇ ਪੈਸੇ ਮੰਗੇ। ਤੇ ਕਿੰਨੇ ਮੈਨੂੰ ਹੋਰ ਦੇਣੇ? ਤੁਹਾਨੂੰ ਪੈਸੇ ਨਹੀਂ ਹੁਣ ਮਿਲਣੇ, ਹੁਣ ਨਹੀਂ ਮਿਲਣੇ। ਹੁਣ ਕਿੰਨੇ ਜੋੜੇ ਨੇ? ਮੈਨੂੰ ਦੇਣੇ ਆ ਪੈਸੇ, ਜੋੜਨੇ ਨਹੀਂ। ਤੁਹਾਨੂੰ ਮੈਂ ਦੱਸਿਆ ਵੀ ਮੈਂ ਜੋੜਦਾ ਨਹੀਂ।
ਅੱਛਾ ਨਾ ਮੈਂ ਤਾਂ ਆਏ ਤੇ ਗਏ। ਅੱਛਾ ਆਏ ਤੇ ਗਏ। 50,000 ਲੈਣ ਕੌਣ ਜਾਂਦਾ ਹੈ? ਪੈਨਸ਼ਨ ਲੈਣ ਤਾਂ ਕੱਲਾ ਨਾ ਜਾਇਆ ਕਰ। ਨਹੀਂ ਮੈਂ ਜਾਂਦਾ ਹੀ ਨਹੀਂ ਪੈਨਸ਼ਨ ਲੈਣ ਜਨਾਬ। ਆਹ ਕੋਈ ਖੋਲੂ ਰਾਜ ਨਹੀਂ ਹੁਣ ਇੰਨਾ ਤਾਂ ਮੇਰਾ ਮੁੱਖ ਕੰਮ ਕਰਦਾ। ਅੱਛਾ ਮੇਰੀ ਅੱਲਾ ਦੇ ਫਜ਼ਲ ਬੈਂਕ ਵਾਲੇ ਵੀ ਕਦਰ ਕਰਦੇ ਆ। ਬਿਲਕੁਲ ਮਾਸਟਰ ਸਾਹਿਬ ਦੀ ਕਦਰ ਕਰਦੇ। ਬਦਰੀ ਦੀ ਦੁਨੀਆ ਕਦਰ ਕਰ ਰਹੀ ਹੈ ਨਾ, ਇਸ ਤਰ੍ਹਾਂ ਬੈਂਕ ਵਾਲੇ ਤੇ ਜਨਾਬ ਮਹਿਕਮਾ ਤਾਲੀਮ ਵਾਲੇ ਤੇ ਮਹਿਕਮਾ ਮਾਲ ਵਾਲੇ ਸਾਰੇ ਕਦਰ, ਸਾਰੇ ਮਹਿਕਮਾ ਜ਼ਰਾਅਤ ਵਾਲੇ ਸਾਰੇ ਇੱਜ਼ਤ ਕਰ ਰਹੇ ਆ ਔਰ ਸਲਾਮ ਕਰਦੇ ਆ। ਬਾਬਾ ਜੀ ਦੁਆ ਕਰਿਓ, ਅਸੀਂ ਹਰ ਬੰਦੇ ਦੇ ਹੱਕ 'ਚ ਦੁਆ ਕਰਦੇ ਆ ਵੀ ਅੱਲਾਹ ਨੂੰ ਸਿੱਧੇ ਰਸਤੇ ਲਾਈ ਤੇ ਰਿਜ਼ਕੇ ਵਸੀਅਤ ਅਤਾ ਫਰਮਾਈ ਤੇ ਹਲਾਲ ਅਤਾ ਫਰਮਾਈ। ਹਲਾਲ ਤਾਂ ਨਾਲ ਆਪੇ ਹੋ ਜਾਣਾ ਜਿਸ ਦੁਆ ਦੇ ਨਾਲ ਆਉਣਾ। ਅੱਛਾ ਇਹ ਤੁਹਾਡੇ ਬੱਚਿਆਂ ਨੇ ਤੁਹਾਨੂੰ ਤਲੀ ਤੇ ਲਿਆ ਕੇ ਪੈਸੇ ਰੱਖੇ ਕਦੀ? ਬੱਚੇ ਹਾਂ ਜਿਹੜੇ ਖਾਦ ਨੇ ਪੈਸੇ ਦਿੰਦਾ ਰਿਹਾ ਉਹਦੇ ਛੋਟਾ ਦਿੰਦਾ ਰਿਹਾ। ਅੱਛਾ ਇਹ ਉਦੋਂ ਇਹ ਮੁੰਡੇ ਸਾਰੇ ਕਮਾ ਕੇ ਪਿਓ ਨੂੰ ਲਿਆ ਕੇ ਦਿੰਦੇ? ਨਹੀਂ ਹਾਂ ਪੈਸੇ ਦਿੰਦੇ ਰਹੇ। ਫਿਰ ਮੈਨੂੰ ਅਲੱਗਾ ਕਰਤਾ ਖਾਦ ਨੂੰ। ਅੱਛਾ ਇਹ ਫਿਰ ਮਤਲਬ ਮੈਂ ਕਿਹਾ ਤੂੰ ਆਪਣਾ ਗੁਜ਼ਾਰਾ ਅਲੱਗਾ ਕਰ, ਹੁਣ ਆਪਣਾ ਬਣਾ। ਹਾਂ ਇਹਨਾਂ ਦੀ ਵਾਈਫ ਵੀ ਜਿਹੜੀ ਉਹ ਟੀਚਰ ਆ, ਦੋਏ ਟੀਚਰ ਆ ਮਾਸ਼ਾਅੱਲਾ। ਬੱਚੇ ਵੀ ਹੁਣ ਮੁੰਡਾ ਵੀ ਟੀਚਰ ਹੋ ਗਿਆ। ਮੁੰਡਾ ਵੀ ਟੀਚਰ। ਦੇਖੋ ਨਾ ਨਾਜ਼ਰੀਨ, ਸਾਡਾ ਯਾਰ ਮੇਰਾ ਚੰਨ, ਮੇਰਾ ਮੱਖਣ ਵੀ ਪਹਿਲੇ ਮਾਸਟਰ, ਫਿਰ ਅਗਾ ਪੁੱਤਰ ਵੀ ਮਾਸਟਰ, ਨੌ ਵੀ ਮਾਸਟਰ ਹੈ ਤੇ ਅਗਾ ਹੁਣ ਪੋਤਰਾ ਵੀ ਮਾਸਟਰ ਹੈ। ਇੰਜ਼ਮਾਮੁਲ ਹਕ ਮੇਰਾ ਚੰਨ ਹੈ। ਇਹ 2 ਸਾਲ ਹੋ ਗਏ ਨੇ ਟੀਚਰ ਲੱਗ ਗਏ। 2 ਸਾਲ ਇਹਨੇ ਖਵਾਇਆ ਕੁਝ ਨਹੀਂ ਗਾ ਟੀਚਰ ਲੱਗ ਕੇ। ਇਹ ਨਹੀਂ ਇਹ ਟੀਚਰ ਲੱਗ ਕੇ ਰਾਜ਼ੀ ਨਹੀਂ। ਅੱਛਾ ਇਹ ਪੜਿਆ ਬਹੁਤ ਆ, ਬੜਾ ਪੜਿਆ ਲਿਖਿਆ ਪੜਿਆ। ਇਹ ਹੁਣ ਮੈਂ ਮੈਟਰ ਕਰਕੇ ਟੀਚਰ ਲੱਗ ਗਿਆ ਸੀ, ਖਾਲਦ ਵੀ ਮੈਟਰ ਕਰਕੇ ਟੀਚਰ ਲੱਗ ਗਿਆ ਸੀ। ਇਹ ਤਾਂ ਡਿਗਰੀ ਨਹੀਂ ਮੈਨੂੰ ਪਤਾ ਨਹੀਂ ਕਿਹੜੀ ਆ। ਅੱਛਾ ਡਿਗਰੀ ਇਹ ਉਹੀ ਗੱਲ ਬਣੀ ਨਾ, ਕਟੋਰੇ 'ਚ ਕਟੋਰਾ ਤੇ ਬੇਟਾ ਬਾਪ ਸੇ ਵੀ ਗੋਰਾ ਹੈ। ਦਾਦਾ ਵੀ ਪੜਿਆ ਆਗਾ, ਪਿਓ ਵੀ ਪੜਿਆ ਆਗਾ, ਪੋਤਰਾ ਉਦੋਂ ਜ਼ਿਆਦਾ ਪੜਿਆ। ਮੈਂ ਤੁਹਾਨੂੰ ਦੱਸਣਾ ਜੀ ਇਹ ਜਿਹੜਾ ਪਿੰਡ ਸੀ ਇਹ ਝੰਗੜ ਵਾਲੀ ਵੀ ਸੀ। ਹਾਂਜੀ ਲੇਕਿਨ ਹੁਣ ਇਹ ਗੁਲਸ਼ਨ ਬਣ ਗਿਆ, ਗੁਲਸ਼ ਬਾਗ ਬਣ ਗਿਆ। ਜਿੱਥੇ ਕਾਬਲ ਲੋਕ ਰਹਿਣ ਤੇ ਉੱਥੇ ਫਿਰ ਲੋਕ ਹੀਰੇ ਹੀ ਪੈਦਾ ਹੁੰਦੇ। ਬਿਲਕੁਲ ਤਰਾਸ਼ਦੇ ਨੇ ਨਾ ਤੁਸੀਂ ਹੀਰੇ ਤਰਾਸ਼ੇ। ਬੜੀ ਖਿਦਮਤ ਕੀਤੀ ਪਿੰਡ ਦੀ। ਹੁਣ ਤੱਕ ਤੁਸੀਂ ਟਿਊਸ਼ਨ ਪੜਾਉਂਦੇ ਹੋ? ਮੈਂ ਕਹਿੰਦਾ ਵੀ ਪਹਿਲੇ ਫਿਰ ਮੈਂ ਸਨ 95 ਚ ਫੌਰਨ ਸਕੂਲ ਖੋਲਿਆ ਪ੍ਰਾਈਵੇਟ ਹੁਣ ਵੀ ਚੱਲਦਾ ਸਕੂਲ ਮੇਰਾ। ਉਹ ਹੁਣ ਤੇ ਪ੍ਰਾਈਵੇਟ ਸਕੂਲ ਲੁੱਟਦੇ ਹੀ ਬੜਾ ਨੇ। ਨਹੀਂ ਉਹ ਮੈਂ ਨਹੀਂ ਲੁੱਟਿਆ। ਅੱਛਾ ਮੈਂ 100 ਰੁਪਏ ਤੋਂ ਵੱਧ ਫੀਸ ਨਹੀਂ ਲਈ। ਔਰ ਉਹ ਫੀਸ ਮੈਂ ਖੁਦ ਨਹੀਂ ਖਰਚੀ, ਜਿਹੜੀਆਂ ਬੱਚੀਆਂ ਮੇਰੇ ਨਾਲ ਪੜਾਉਂਦੀਆਂ ਸੀ ਉਹਨਾਂ ਨੂੰ ਦਿੱਤੀ ਹੈ। ਹਾਂ ਬਿਲਕੁਲ ਆਪ ਨਹੀਂ ਪੈਸਾ ਲਿਆ। ਤੇ ਤਾਲੀਮ ਦਾ ਸਿਲਸਿਲਾ ਜਾਰੀ ਰੱਖਿਆ? ਤਾਲੀਮ ਦਾ ਸਿਲਸਿਲਾ ਹੁਣ ਵੀ ਜਾਰੀ ਹੈ। ਮੈਨੂੰ ਕੰਮੇ ਕੋਈ ਨਹੀਂ। ਸੁਬਾਹ ਉੱਠ ਕੇ ਬੱਚਿਆਂ ਨੂੰ ਪੜਾਉਣਾ ਸ਼ੁਰੂ ਕਰਨਾ। ਪਹਿਲੇ ਆਪਣੇ ਬੱਚੇ ਪੜਾਉਣੇ, ਫਿਰ ਉੱਥੇ ਗਲੀ 'ਚ ਬੈਠਣਾ। ਪਹਿਲੇ ਅੰਦਰ ਪੜਾਉਂਦਾ ਸੀ, ਹੁਣ ਇਹਨਾਂ ਨੇ ਅੰਦਰਾਂ ਤੇ ਕਬਜ਼ਾ ਕਰ ਲਿਆ ਸਾਰਿਆਂ ਨੇ। ਵੰਡੋ ਵੰਡੀ ਉਹ ਗੱਲ ਆ ਗਈ ਕਿੱਲਿਆਂ ਤੋਂ ਮਰੱਬਿਆਂ ਤੋਂ ਕਿੱਲੇ, ਮੈਂ ਕਿੱਲਿਆਂ ਤੋਂ ਵਿਗੇ, ਮੈਂ ਬਾਹਰ ਹੋ ਗਿਆ। ਮਰਲੇ ਮੈਂ ਬੈਠ ਕੇ ਅੱਗੇ ਆ ਗਿਆ। ਮਰਲਿਆਂ ਤੋਂ ਬਾਅਦ ਤਰਲੇ ਹੁਣ ਤਰਲੇ ਹੀ ਨੇ ਨਾ। ਹੁਣ ਜਨਾਬ ਮੈਂ ਆ ਗਿਆ ਬਾਹਰ। ਹੁਣ ਓਪਨ ਯੂਨੀਵਰਸਿਟੀ ਬਣ ਗਈ। ਹਾਂਜੀ ਓਪਨ ਯੂਨੀਵਰਸਿਟੀ। ਜਿਹੜੇ ਬੰਦੇ ਬੱਚਿਆਂ ਨੂੰ ਕੋਈ ਪੜਾਉਂਦਾ ਨਹੀਂ ਨਾ, ਉਹ ਆ ਕੇ ਮਾਈਆਂ ਮੇਰਾ ਮਿਹਨਤ ਕਰਦੀਆਂ ਵੀ ਬਾਬਾ ਜੀ ਇਹ ਬੱਚੇ ਨੂੰ ਚਲਾ ਦਿਓ। ਜਿਹੜਾ ਕਿਸੇ ਕੋ ਨਾ ਚੱਲੇ ਉਹਨੂੰ ਚਲਾਈਦਾ, ਉਹਨੂੰ ਇੱਥੇ ਚਲਾਈਦਾ। ਪਿਆਰ ਮੁਹੱਬਤ ਨਾਲ ਪੜਾਈਦਾ। ਅੱਛਾ ਔਰ ਉਹਨੂੰ ਚਲਾਈਦਾ। ਔਰ ਅੱਲਾ ਦੇ ਫਜ਼ਲ ਇਹ ਨਹੀਂ ਮੈਟਰ ਤੱਕ ਬੱਚੇ ਪੜਾਏ। ਅੱਛਾ ਉਦੋਂ ਪਿੰਡ 'ਚ ਲੜਾਈ ਹੁੰਦੀ ਸੀ ਤੇ ਲੋਕੀ ਥਾਣੇ ਪਰਚਾ ਕਰਾਉਣ ਜਾਂਦੇ ਸੀ ਜਾਂ ਪਿੰਡ 'ਚ? ਅਸੀਂ ਪਿੰਡ 'ਚ ਫੈਸਲਾ ਕਰ ਲੈਂਦੇ ਸੀ। ਤੇ ਜਿਹੜਾ ਬੰਦਾ ਸਾਰੀ ਪਰੇ ਨੂੰ ਰੱਦ ਕੇ ਜਾਵੇ ਥਾਣੇ ਤੇ ਉਹਨੂੰ ਕੀ ਆਂਦੇ ਸੀ ਪਰੇ? ਫਿਰ ਉਹ ਬੰਦਾ ਉਹਦਾ ਬਾਈਕਾਟ ਹੋ ਜਾਂਦਾ ਸੀ। ਪਿੰਡ ਨਹੀਂ ਮਿਲਦੇ ਸੀ ਲੋਕੀ ਨੂੰ। ਲੋਕ ਮਤਲਬ ਅਕਸਰ ਸਾਡੇ ਤਾਂ ਹੁਣ ਵੀ ਫੈਸਲਾ ਪਿੰਡ 'ਚ ਹੁੰਦਾ ਹੋ ਜਾਂਦਾ। ਥੱਕ ਜਾਂਦੇ ਬੰਦੇ 3-4 ਮਹੀਨੇ ਨਾ, 3-4 ਮਹੀਨੇ ਥੱਕ ਜਾਂਦੇ, ਆ ਜਾਂਦੇ ਮੁੜ ਕੇ ਫਿਰ। ਅੱਛਾ ਉੱਥੇ ਪਹੁੰਚੋਗੇ ਬੋਰਡ ਥੱਲੇ? ਹਾਂ ਬਿਲਕੁਲ। ਉਹ ਕਹਿੰਦੇ ਯਾਰ ਇੱਥੇ ਘਰੇ ਫੈਸਲਾ ਕਰ ਲਈਏ, ਦਫਾ ਕਰੋ। ਉੱਥੇ ਲੱਗਣੇ ਬੜੇ ਲੱਗਣੇ, ਉੱਥੇ ਲੱਗਦੇ ਨੇ। ਅੱਛਾ ਸਹੀ ਹੋ ਗਿਆ। ਬੱਲੇ ਤੇ ਉਦੋਂ ਸੁਣਿਆ ਵਾ ਘੋੜੀਪਾਲ ਮੁਰੱਬੇ ਮਿਲਦੇ ਸੀ। ਨੰਬਰਦਾਰਾਂ ਨੂੰ ਮਿਲੇ ਗਰੋਹ ਮੋਰ। ਅੱਛਾ ਗਰੋਹ ਮੋਰ ਗਰੋਹ ਮੋਰ ਆਉਂਦੇ ਸੀ ਉਹਨੂੰ, ਗਰੋਹ ਮੋਰ ਸਕੀਮ ਕਹਿੰਦੇ ਸੀ। ਅੱਛਾ ਤੇ ਘੋੜੀ ਨੰਬਰਦਾਰਾਂ ਨੂੰ ਝੋਟਾ ਪਾਲ ਮਿਲੇ। ਹਾਂਜੀ ਘੋੜੀ ਪਾਲ ਇੱਥੇ ਮੁਰੱਬਾ ਨਹੀਂ ਮਿਲਿਆ ਕਿਸੇ ਵੀ। ਉਹ ਹੋਰ ਮਿਲਿਆ ਨਹੀਂ, ਹੋਰ ਇਲਾਕਿਆਂ 'ਚ ਮਿਲਿਆ, ਸਾਡੇ ਨਹੀਂ ਇੱਥੇ ਮਿਲਿਆ। ਅੱਛਾ ਇੱਥੇ ਗਰੋਹ ਮੋਰ ਸਕੀਮ ਦੇ ਰਕਬਾ ਲੋਕਾਂ ਨੂੰ ਮਿਲਦਾ ਰਿਹਾ।
ਜਿਨ੍ਹਾਂ ਕੋਲ ਰਕਬਾ ਨਹੀਂ ਸੀ ਉਹ ਫਿਰ ਲੋਕ ਲੈ ਲੈਂਦੇ ਸੀ ਰਕਬਾ ਸਰਕਾਰੀ ਗਰੋਹ ਤੇ ਉਹ ਫਿਰ ਬਾਅਦ ਦੇ ਵਿੱਚ ਫਿਰ ਹਕੂਕ ਮਲਕੀਅਤ ਮਿਲਦੀ। ਅੱਛਾ, ਤੁਹਾਡੀ ਲੰਮੀ ਉਮਰ ਹੈ, ਇਹਦੇ ਸਿਹਤ ਦਾ ਕੀ ਰਾਜ? ਨਾਸ਼ਤੇ 'ਚ ਕੀ ਸਿਹਤ ਦਾ ਰਾਜ ਨਾਸ਼ਤੇ 'ਚ ਤੁਸੀਂ ਸੁਣ ਲਓ, ਪੀਜ਼ਾ, 버ਗਰ, ਸ਼ਵਾਰਮਾ, ਟਿੱਕਾ ਬੋਟੀ, ਮਲਾਈ ਬੋਟੀ, ਆਪੀ, ਸਾਂਡੇ, ਇਹ ਘੱਟ ਖਾਂਦਾ ਮੈਂ। ਅੱਛਾ, ਮੈਂ ਤਾਂ ਜ਼ਿਆਦਾ ਜਿਹੜੀ ਹੈ ਨਾ ਮੇਰੀ ਸਾਦਾ ਖੁਰਾਕ ਆ, ਮੈਂ ਫਰੂਟਾਂ ਤੇ ਜ਼ਿਆਦਾ ਇਨਸਾਰ ਰੱਖਦਾ। ਅੱਛਾ, ਫਰੂਟ ਖਾਂਦੇ? ਫਰੂਟ ਰੱਜ ਕੇ ਖਾਈਦਾ। ਜਿਹੜੀ ਪੈਨਸ਼ਨ ਆਉਂਦੀ ਹੈ ਸਾਰੀ ਫਰੂਟ 'ਚ ਲੰਘਾ ਦਿੰਦੇ? ਜਿੰਨੀ ਦਿਲ ਕਰੇ। ਅੱਛਾ, ਜਿੰਨੀ ਦਿਲ ਕਰੇ ਬੱਚਿਆਂ ਨੂੰ ਦੇਈਦੇ। ਅੱਛਾ ਅੱਛਾ, ਉਹਨਾਂ ਬੱਚਿਆਂ ਨੂੰ ਦਿੰਦੇ ਆ। ਅੱਛਾ, ਇਹ ਮਸੀਤੇ ਵੀ ਦਿੰਦੇ ਉਹਦੇ 'ਚ ਪੈਸੇ? ਹਾਂ, ਮਸੀਤੇ ਵੀ ਦੇਈਦੇ। ਮਸੀਤੇ ਆਖਰਤ ਬਣਾਉਣੀ ਚਾਹੀਦੀ। ਮੇਰੀ ਗੱਲ ਸੁਣੋ, ਮਸੀਤੇ ਚੰਦਾ ਇਹਨਾਂ ਨੂੰ ਜਿਸ ਵਾਰ ਰੋਜ਼ਿਆਂ ਦੀ ਇਫਤਾਰੀ ਵਗੈਰਾ ਜੇ ਤਾਂ ਮੌਲਵੀ ਦਿੰਦੇ, ਮੌਲਵੀ ਆਉਂਦੇ ਆ ਤੇ ਮੈਂ ਅਸੀਂ ਪਹਿਲੇ ਹੁੰਦੇ ਆ। ਅੱਛਾ, ਅਸੀਂ ਸਾਰਿਆਂ ਨੂੰ। ਹੁਣ ਜਦੋਂ ਮੈਂ ਆਵਾਂ ਰੋਟੀ ਮੇਰੀ ਆਪ ਤੁਸੀਂ ਪਕਾਉਣੀ, ਉਹ 50,000 ਦੇ ਵਿੱਚ। ਮੈਂ ਜਨਾਬ ਇੱਕ ਤੈਨੂੰ ਹੋਰ ਦੱਸਾਂ, ਇਹ ਤਾਂ ਖਿਲਾਉਂਦੇ ਤੈਨੂੰ ਬਰਾਲਰ। ਹਾਂਜੀ, ਮੈਂ ਦੇਸੀ ਮੁਰਗਾ ਖਿਲਾਉਂ ਯਾਰ ਨੂੰ। ਪੱਕੀ ਗੱਲ ਹੈ ਯਾਰ ਦਾ। ਲੈ ਅੱਜ ਗੱਲ ਫਿਰ ਪੈ ਗਈ ਹੈ ਨਾ, ਹੁਣ ਪਿੜ ਪੈਣਾ ਜਦੋਂ ਫੇਰ ਜਿਉਂਦਿਆਂ ਨੂੰ ਮੇਲੇ। ਲੇਕਿਨ ਇੱਕ ਗੱਲ ਹੈ, ਹਾਂ ਤੁਸੀਂ ਦੱਸਣਾ ਮੈਨੂੰ ਪਹਿਲੇ। ਠੀਕ ਹੋ ਗਿਆ, ਕਿਉਂਕਿ ਮੈਂ ਸਕੂਲ ਚ ਹੁੰਦਾ ਕੋਈ ਨਹੀਂ ਹੁਣ। ਅੱਗੇ ਤਾਂ ਸਕੂਲ ਚ ਹੁੰਦਾ ਆੜਾ ਦੇਣਾ, ਚਲੋ ਵੀ ਮੁਰਗਾ ਲਿਆਓ ਲੱਭ ਕੇ। ਹਾਂਜੀ, ਹੁਣ ਮੁੰਡਿਆਂ ਨੇ ਮਿੰਟਾਂ 'ਚ ਮੁਰਗਾ ਲੱਭ ਲਿਆ। ਹੁਣ ਬੱਚੇ ਭਾਵੇਂ ਕਿਸੇ ਦੇ ਆਲੇ ਚੋਂ ਕੱਢ ਲਿਆਉਣ। ਨਹੀਂ, ਹੁਣ ਪੈਸਿਆਂ ਨਾਲ ਮਿਲਣਾ। ਅੱਛਾ, ਜਦ ਵੀ 5 ਰੁਪਏ ਦਾ ਮੁਰਗਾ ਮਿਲਦਾ ਸੀ, ਹੁਣ 500 ਦਾ ਮਿਲ ਜਾਏਗਾ। ਚਲੋ ਚੰਗਾ ਹੈ, ਇਹ ਹੁਣ ਵਾਅਦਾ ਹੋ ਗਿਆ ਪੱਕਾ। ਮੈਂ ਕਹਿੰਦਾ ਗੱਲ ਸੁਣੀਏ, ਇਹ ਮੌਲਵੀ ਵਾਲਾ ਵਾਅਦਾ ਨਹੀਂ ਹੈਗਾ। ਅੱਛਾ, ਇਹ ਯਾਰਾਂ ਵਾਲਾ ਵਾਅਦਾ ਹੈ। ਆਂਦੇ ਨੇ ਕੱਪੜਾ ਫਟੇ ਤਰੋਪਾ ਲੱਗਦਾ, ਦਿਲ ਫਟੇ ਕਿਸ ਸੀਨਾ, ਤੇ ਸਜਣਾ ਬਾਜ ਮੁਹੰਮਦ ਬਖਸ਼ਾ ਕੀ ਮਰਨਾ ਕੀ ਜੀਣਾ। ਸੱਜਣ ਜਿਹੜੇ ਹੁੰਦੇ ਮੇਲਾ ਮੇਲੀਆਂ ਦਾ, ਯਾਰਾਂ ਬੇਲੀਆਂ ਦਾ, ਨਬੀ ਪੀਰ ਵਲੀ ਇਮਾਮਜ਼ਾਦੇ ਸੰਗ ਛੱਡ ਗਏ ਨੇ ਯਾਰਾਂ ਬੇਲੀਆਂ ਦਾ। ਇੱਕ ਦਿਨ ਅਸਾਂ ਵੀ ਅਬਦੁਲ ਹਕ ਟੁਰ ਜਾਣਾ, ਕੁੰਡਾ ਮਾਰ ਕੇ ਇਹਨਾਂ ਹਵੇਲੀਆਂ ਦਾ। ਇਹ ਜਿਹੜੀ ਮੈਂ ਅੱਜ ਤੁਹਾਡੇ ਨਾਲ ਬੈਠਕ ਕੀਤੀ ਹੈ ਨਾ, ਇਹ ਮੇਰੇ ਦਿਲ ਦੀ ਚਾਹ ਸੀ ਕਿ ਮੈਂ ਆਪਣੇ ਯਾਰ ਨੂੰ ਨਾ ਡੱਬੀ 'ਚ ਬੰਦ ਕਰ ਲਾਂ। ਨਹੀਂ, ਤੁਸੀਂ ਅੱਗੇ ਡੱਬੀ ਅੱਗੇ ਆਏ ਆ। ਅੱਗੇ ਮੈਂ ਆਇਆ, ਤੁਹਾਨੂੰ ਕਿਹਾ ਤੁਸੀਂ ਉਹ ਢਿੱਲੇ ਮੱਠੇ। ਨਹੀਂ ਢਿੱਲੇ ਮੱਠੇ ਨਹੀਂ ਸੀ ਤੁਸੀਂ ਦੱਸ ਆਏ ਰਾਤ ਨੂੰ 11 ਵਜੇ। 11 ਵਜੇ ਆ ਗਿਆ, ਤੇ 11 ਵਜੇ ਮੈਂ ਤੇ ਮੁੰਡੇ ਤੇ 11 ਵਜੇ ਤੱਕ ਸੌਂਦੇ ਹੀ ਨਹੀਂ। ਨਹੀਂ, ਮੁੰਡੇ ਨਹੀਂ ਨਾ ਸੌਂਦੇ, ਮੈਂ ਤਾਂ ਸੌਂ ਜਾਂਦਾ 9 ਵਜੇ। ਅੱਛਾ, 9 ਵਜੇ ਫਿਰ ਤੈਨੂੰ ਪਤਾ ਵੀ ਤਹਜਦ ਸ਼ਰੀਫ ਜਿਹੜਾ ਉਹ ਅਜ਼ਾਨ ਦਿੰਦਾ ਤਹਜਦ ਦੀ। ਹਾਂ ਬਿਲਕੁਲ, ਫਿਰ ਉਹ ਵੀ ਉੱਥੇ ਉੱਠਣਾ ਪੈਂਦਾ। ਅੱਛਾ, ਮੈਨੂੰ ਇਹ ਦੱਸੋ ਵੀ ਤੁਸੀਂ ਨਾਸ਼ਤੇ 'ਚ ਜਦੋਂ ਤੁਸੀਂ ਦੱਸਿਆ ਵੀ ਮੈਂ ਕੀ ਖਾਂਦੇ ਹੋ? ਮੈਂ ਤਾਂ ਬਚਪਨ ਦਾ ਬਹੁਤਾ ਖਾਂਦਾ ਹੈ ਚੰਗਾ ਖਾਣਾ। ਅੱਛਾ, ਮੱਖਣ। ਆਹੋ, ਸਮਝ ਲੱਗੀ। ਮੱਖਣ ਹੈ। ਮੇਰੀ ਜਿਹੜੀ ਮਾਂ ਤੇ ਮੇਰੀ ਦਾਦੀ ਉਹ ਭਾਂਡਾ ਬਣਾ ਕੇ ਦਿੰਦੀ ਸੀ। ਉਹ ਮੇਰਾ ਮੱਖਣ ਮੈਨੂੰ ਇੰਨਾ ਦਿੰਦੇ ਸੀ ਵੀ ਮੈਂ ਮੱਖਣ ਤੇ ਨਫ਼ਰਤ ਕਰਦਾ ਸੀ, ਮੈਨੂੰ ਚੰਗਾ ਨਹੀਂ ਲੱਗਦਾ ਸੀ। ਇੰਨਾ ਦਿੰਦੇ ਸੀ ਮੱਖਣ? ਇੰਨਾ ਦਿੰਦੇ ਸੀ। ਹਾਏ ਹਾਏ ਹਾਏ, ਮੱਖਣ ਹੁੰਦਾ ਹੀ ਬਹੁਤ ਜ਼ਿਆਦਾ ਸੀ। ਤੇ ਜਿਵੇਂ ਮੈਂ ਕਹਿੰਦਾ ਮੇਰਾ ਚੰਨ, ਮੇਰਾ ਮੱਖਣ, ਮੇਰੀ ਮਲਾਈ, ਇਹ ਥੋੜੀਆਂ ਤੇ ਗੱਲਾਂ ਬਾਤਾਂ ਨਾ ਅਸੀਂ ਅਸਲ ਤੁਸੀਂ ਤਾਂ ਲਫ਼ਜ਼ਾਂ 'ਚ ਮੱਖਣ ਦਿੰਦੇ ਨੇ, ਅਸੀਂ ਅਸਲ ਮੱਖਣ ਦੀ ਗੱਲ ਕਰਦੇ। ਅੱਛਾ, ਤੇ ਮੱਖਣ ਅੰਮਾ ਮੱਖਣ ਵੀ ਦੇਣਾ, ਪਰੌਂਠਾ ਖਾਣਾ, ਤੁਸੀਂ ਚਾਰ ਵੀ ਖਾਂਦੇ ਹੁੰਦੇ ਸੋ? ਅਚਾਰ, ਹਾਂ ਅਚਾਰ ਤਾਂ ਜ਼ਿਆਦਾ ਪਰੌਂਠੇ ਨਾਲ ਅਚਾਰ ਹੈ। ਚਾਰ ਹੀ ਬਿਲਕੁਲ। ਤੇ ਲੱਸੀ ਤੇ ਦੌਰੀ 'ਚ ਮਿਰਚਾਂ ਪਾ ਕੇ ਤੇ ਲੱਸੀ ਨਾਲ ਕਦੀ ਖਾਧੀਆਂ ਸੀ ਜਦੋਂ ਸਾਲਨ ਨਾ ਹੋਣਾ? ਮੈਂ ਕਿਹਾ ਕੁੰਡੀ 'ਚ ਪਾ ਕੇ। ਕੁੰਡੀ 'ਚ ਬਿਲਕੁਲ ਲੱਸੀ ਪਾ ਲਈ। ਮੈਂ ਸ਼ੇਰ ਸੁਣਾਵਾਂ ਕੁੰਡੀ ਦਾ? ਉਹ ਦਿਨ ਨਹੀਂ ਆਉਣੇ ਮੁੜ ਕੇ ਜਦ ਬਹਿੰਦਾ ਸੀ ਟੱਬਰ ਜੁੜ ਕੇ, ਖੂੰਡੇ ਦੀ ਚਟਣੀ ਸੀ ਤੇ ਖੂੰਡੇ ਦਾ ਡਰ ਹੁੰਦਾ ਸੀ, ਭਾਬੀ ਸੀ ਮਾਵਾਂ ਵਰਗੀ ਭਰਾਵਾਂ ਦਾ ਡਰ ਹੁੰਦਾ ਸੀ। ਭਰਾਵਾਂ ਦਾ ਲੋਕੀ ਡਰ ਰੱਖਦੇ ਸੀ, ਵੱਡੀ ਭਰਜਾਈ ਮਾਵਾਂ ਵਰਗੀ ਹੁੰਦੀ ਸੀ, ਮਾਂ ਹੀ ਕਹਿੰਦੇ ਸੀ। ਮਾਂ ਹੀ ਕਹਿੰਦੇ ਸੀ। ਆਏ ਹਾਏ, ਤੇ ਹੁਣ ਦਰਾਣੀਆਂ ਜਠਾਣੀਆਂ ਰਲ ਕੇ ਨਹੀਂ ਪੈਂਦੀਆਂ, ਫਰਿੱਜ ਨੂੰ ਹੱਥ ਨਹੀਂ ਲਾਉਣ ਦਿੰਦੀਆਂ ਇੱਕ ਦੂਜੀ ਨੂੰ। ਮੈਂ ਕਹਿੰਦਾ ਵੀ ਇਹ ਔਰਤ ਜਿਹੜੀ ਹੈ ਨਾ, ਇਹ ਕੰਮ ਕਲਾ, ਇਹਨੂੰ ਅਕਲ ਘੱਟ ਆ। ਅੱਛਾ, ਅਗਰ ਇਹ ਤਰਬੀਅਤ ਅੱਛੀ ਹੋ ਜਾਵੇ ਨਾ, ਹਾਂਜੀ, ਫਿਰ ਸੋਨਾ ਹੈ। ਹਾਂ, ਤਰਬੀਅਤ ਅੱਛੀ ਹੋਵੇ, ਤਰਬੀਅਤ ਦਿੰਦੀ ਹੈ ਮਾਂ ਦਿੰਦੀ ਹੈ ਮਾਂ ਦੀ। ਅੱਛਾ, ਤੁਸੀਂ ਸੁਬਾਹ ਦਾ ਤਾਂ ਹੋ ਗਿਆ ਨਾਸ਼ਤਾ ਪਰੌਂਠਿਆਂ ਦਾ, ਤੇ ਹਾਲ ਵੀ ਜੋਂਦੇ ਹੁੰਦੇ ਸੀ? ਜੋੜੀ ਲੈ ਕੇ ਜਾਂਦੇ ਸੋ? ਹਲ ਲੈ ਕੇ ਕਦੀ ਬਹੁਣਾ? ਮੈਂ ਹਲ ਜਿਹੜਾ ਨਾ ਮੇਰੇ ਵਾਲਦ ਸਾਹਿਬ ਨੇ ਮੈਨੂੰ ਦਿੱਤਾ ਤਾਂ ਹੈ, ਥੋੜਾ ਜਿਹਾ ਬਹਾਇਆ। ਅੱਛਾ, ਲੇਕਿਨ ਉਹ ਮੈਂ ਧੱਕੇ ਨਾਲ ਵਾਹੁੰਦਾ ਹੁੰਦਾ ਸੀ। ਅੱਛਾ, ਮੈਂ ਕਿਹਾ ਮੈਨੂੰ ਵੀ ਬਾਹ ਕੇ ਦੇਖ ਲੈਣਾ ਹੁੰਦਾ ਵੀ ਇਹ ਕਿੱਦਾਂ ਬਲਦ ਚੱਲਦੇ ਆ। ਅੱਛਾ, ਮੈਂ ਫਿਰ ਵਾਹੁਣਾ। ਢੱਗੇ ਨੇ ਕਦੀ ਪਛਾੜੀ ਤੇ ਨਹੀਂ ਮਾਰੀ ਸੀ? ਨਹੀਂ,
ਅੱਛਾ, ਟਕਿਆਂ ਨੂੰ ਮੈਂ ਕਾਬੂ ਕਰ ਲੈਂਦੀ, ਮੈਂ ਤਕੜਾ ਸੀ। ਅੱਛਾ ਅੱਛਾ, ਹੁਣ ਮੁੰਡਾ ਤਗੜਾ 83 ਸਾਲ ਦੀ ਉਮਰ 'ਚ ਹੈ, ਬਿਲਕੁਲ। ਹੁਣ ਆਵੇ ਕਿਹੜਾ ਹੱਥ ਫੜਦਾ ਮੈਨੇ ਤੇ ਐ ਬੱਲੇ ਹੈ ਲੈ, ਕਸਮੇ ਜੇ ਜੋਰੇ ਗਾਸੂ ਹੈ, ਹਾਏ 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 ਕਸਮੇ ਆਵੇ ਮੇਰਾ ਹੱਥ ਲਾਲ ਹੋ ਗਿਆ ਬੱਲੇ। ਅੱਛਾ, ਤੇ ਉਦੋਂ ਫਿਰ ਸਵੇਰ ਨੂੰ ਰੋਟੀ ਕਿੰਨੇ ਵਜੇ ਖਾਂਦੇ ਸੀ ਨਾਸ਼ਤਾ? ਹੁਣ ਤੇ ਮੁੰਡੇ 12-1 ਵਜੇ ਉੱਠ ਕੇ ਖਾਂਦੇ। ਸਕੂਲ ਜਾਣਾ ਹੁੰਦਾ ਸੀ, ਆਹੋ, ਫਿਰ ਜਲਦੀ ਸਕੂਲ ਟਾਈਮ ਜਾਣਾ ਮੈਂ। ਅੱਛਾ, ਮੈਂ ਯਾਨੀ ਕਿ ਸਕੂਲ ਚ ਗੈਰ ਹਾਜ਼ਰੀ ਨਹੀਂ ਪਕੜਿਆ ਗਿਆ ਕਦੇ ਵੀ, ਸਾਰੀ ਉਮਰ ਸਕੂਲ ਚ ਗਿਆ ਫਸਟ ਟਾਈਮ ਚ। ਤੇ ਉੱਥੇ ਹੁੰਦੇ ਸੀ ਫੌਜੀ ਜ਼ਿਆਦਾ 745 ਚ। ਅੱਛਾ, ਉਹ ਖੱਤ ਪੱਤਰ ਲਿਖਾਉਂਦੇ ਹੁੰਦੇ ਸੀ ਮੇਰੇ ਕੋਲ ਆ ਕੇ, ਉਹਨਾਂ ਨੇ ਆਉਣਾ ਮੇਰੇ ਕੋਲ ਆ ਕੇ, ਕਾਗਜ਼ ਲੈਣਾ, ਲਿਫਾਫਾ ਲੈਣਾ, ਤੇ ਉਹਨਾਂ ਨੇ ਮੈਨੂੰ ਰੈਗੂਲਰ ਕਰਤਾ। ਅੱਛਾ, ਮੈਨੂੰ ਫਿਕਰ ਹੁੰਦਾ ਸੀ ਵੀ ਫੌਜੀ ਫਲਾਣਾ ਕਰਨਲ ਅੱਜ ਬੈਠਾ ਸਕੂਲੇ ਆਏ ਆ, ਇਹ 45 ਚ ਕਰਨਲਾਂ ਦਾ ਪਿੰਡ ਸੀ। ਅੱਛਾ ਅੱਛਾ, ਇਹ ਗਾਰੰਟੀ, ਇਹਨੂੰ ਗਾਰੰਟੀ। ਪੇਸ਼ੀ ਵੇਲੇ ਕੀ ਖਾਂਦੇ ਸੀ ਲੋਕ ਸੁਬਾਹ ਜਦੋਂ ਪੇਸ਼ੀ ਵਾਲੇ ਵਾਪਸ ਆਉਂਦੇ ਸਕੂਲੋਂ ਪੜ੍ਹ ਕੇ? ਸਕੂਲੋਂ ਰੋਟੀ ਪੱਕੀ ਹੁੰਦੀ ਸੀ, ਬਿਹਤਰੀਨ ਸਾਲਣ ਜਨਾਬ, ਹੋਣਾ ਬਿਹਤਰੀਨ ਟਿੰਡੇ ਵਾਲਾ ਸਾਲਣ। ਅੱਛਾ, ਕੱਦੂ ਦਾ ਸਾਲਣ, ਟਿੰਡੇ ਭਰ ਕੇ ਉਦੋਂ ਪਕਾਉਂਦੇ ਸੀ ਕਿਆ ਬਾਤ ਹੈ, ਕਰੇਲੇ ਭਰ ਕੇ, ਟਿੰਡੇ, ਤੰਦੂਰ ਦੀ ਰੋਟੀ, ਤੇ ਜਨਾਬ ਉਹ ਰੋਟੀਆਂ ਕਿੰਨੀਆਂ ਖਾ ਮੇਰਾ ਯਾਰ, ਕਿੰਨੀਆਂ ਖਾਂਦਾ ਸੀ। ਬੇਸੜੀ ਰੋਟੀ, ਬੇਸੜੀ ਰੋਟੀ, ਆਦਮੀ ਮਿੱਸੀ ਰੋਟੀ ਜਿਹਨੂੰ ਆਂਦੇ ਆ ਮੁੰਡੇ, ਉਹਨੂੰ ਪੀਜ਼ਾ ਕਹਿਣ ਲੱਗ ਪਏ ਨੇ। ਉਹਦਾ ਜਿਹੜੀ ਮਿੱਸੀ ਰੋਟੀ ਸੀ ਨਾ, ਪੀਜ਼ਾ ਬਣਾਤਾ ਇਹਨਾਂ ਨੇ। ਨਹੀਂ, ਉਹ ਰੋਟੀ ਬਿਹਤਰੀਨ, ਵਿੱਚ ਉਹਦੇ ਚ ਪਿਆਜ਼ ਤੇ ਬੇਸਣ, ਤੇ ਉਹ ਜਨਾਬ ਰੋਟੀ ਤੰਦੂਰ ਦੀ, ਕਿਆ ਬਾਤ ਸੀ ਉਹਦੀ, ਦੁੱਧ। ਅੱਛਾ, ਦੁਪਹਿਰ ਨੂੰ ਰੋਟੀ ਖਾ ਲਈ, ਸ਼ਾਮ ਨੂੰ ਕਿੰਨੇ ਵਜੇ ਖਾਂਦੇ ਸੀ? ਸ਼ਾਮ ਨੂੰ, ਫਿਰ ਰਾਤ ਨੂੰ, ਮਤਲਬ ਦਿਨ ਛਵੇ ਫੌਰਨ। ਉਦੋਂ ਲੋਕੀ ਹੱਗਣ ਬਾਹਰ ਜਾਂਦੇ ਸੀ? ਹਾਂ, ਬਾਹਰ। ਇੱਥੇ ਘਰਾਂ ਹੀ ਲੈਟਰੀਨਾਂ ਨਹੀਂ ਬਣਾਈਆਂ? ਬਿਲਕੁਲ, ਇਹ ਬਣੀਆਂ ਲੈਟਰੀਨਾਂ ਬਣ ਗਈਆਂ ਸੀ। ਮਤਲਬ ਇਹ ਆ ਵੀ ਇਹ ਸਨ ਤਕਰੀਬਨ 80 ਦੇ ਲਗਭਗ 80 ਚ ਇਹ ਲੈਟਰੀਨਾਂ ਜਿਹੜੀਆਂ ਬਣੀਆਂ। ਇਹ ਲੈਟਰੀਨਾਂ ਪਹਿਲਾਂ ਤਾਂ ਉਦਾਂ ਬਣਾਉਣੀਆਂ ਨੇ ਲੋਕਾਂ ਨੇ, ਟੋਏ ਪੱਟ ਲੈ, ਖੂਹ ਪੱਟ ਲੈ, ਆਹੋ, ਬੰਦ ਕਰ, ਗਰਕੀਆਂ ਬਣਾ ਲੀਆਂ। ਹਾਂ, ਬਿਲਕੁਲ ਬਿਲਕੁਲ, ਗਰਕਣੀਆਂ ਨੂੰ ਕਹਿੰਦੇ ਆ। ਉੱਥੇ ਔਰਤਾਂ ਦਾ ਮਸਲਾ ਸੀ। ਹਾਂ, ਬਿਲਕੁਲ, ਬੰਦੇ ਤਾਂ ਬਾਹਰ ਚਲੇ ਜਾਂਦੇ, ਬੰਦੇ ਤਾਂ ਬਾਹਰ ਚਲੇ ਜਾਂਦੇ ਸੀ। ਅੱਛਾ, ਤੁਸੀਂ ਸ਼ਾਮੋ ਸ਼ਾਮ ਫਿਰ ਸੌਂਦੇ ਸੋ? ਸ਼ਾਮ ਨੂੰ ਨਹੀਂ ਸੋਤੇ, ਸ਼ਾਮ ਨੂੰ ਮੈਂ ਦੇਖੋ ਜੀ ਨਮਾਜ਼ ਪੜ੍ਹ ਕੇ ਇਸ਼ਾ ਦੀ ਸੌ ਜਾਂਦੇ। ਫੌਰਨ ਨਮਾਜ਼ ਸ਼ੁਰੂ ਤੋਂ ਪੜ੍ਹਦੇ ਤੁਸੀਂ? ਨਮਾਜ਼ ਮੈਂ ਬਚਪਨ ਤੇ, ਕਿਉਂਕਿ ਮੈਂ ਉਡਾਣੀ ਦਾ ਰਹਿਣ ਵਾਲਾ ਸੀ। ਅੱਛਾ, ਉੱਥੇ ਸੂਫੀ ਅਬਦੁੱਲਾ ਸਾਹਿਬ ਬੜੇ ਨੇਕ ਅੱਲਾ ਦੇ ਵਲੀ ਗੁਜ਼ਰੇ। ਸੂਫੀ ਸਾਹਿਬ ਮੈਂ ਦੇਖੇ ਬਚਪਨ ਚ, ਮੈਂ ਦੇਖੇ, ਮੈਂ ਛੋਟਾ, ਹਾਂ ਦੇਖੇ। ਅੱਛਾ ਅੱਛਾ, ਬਿਲਕੁਲ। ਇੱਥੇ ਵੀ ਆਏ ਫਿਰ ਉਹ। ਅੱਛਾ ਅੱਛਾ, ਇੱਥੇ ਵੀ ਆਏ, ਤੇ ਸਾਡੀ ਕੱਚੀ ਮਸਜਿਦ ਸੀ, ਕਮਰਾ ਸੀ ਮਾੜਾ ਜਿਹਾ। ਅੱਛਾ, ਇੱਥੇ ਸੂਫੀ ਸਾਹਿਬ ਵੀ ਆਏ ਫਿਰ? ਸੂਫੀ ਸਾਹਿਬ ਆਏ, ਉਹਨੇ ਤਕਰੀਰ ਕੀਤੀ। ਅੱਛਾ, ਉਸ ਵਕਤ ਸੂਫੀ। ਤੇ ਜਿਹੜੀ ਆ ਮਸਜਿਦ ਬਣੀ ਤੇ ਅੰਮਾ ਨੂੰ ਖਾਬ ਆਇਆ, ਹਾਂ, ਉਹ ਕੀ ਸੀ? ਉਹ ਕਿਆ ਬਾਤ ਹੈ ਜਨਾਬ, ਉਹ ਬਾਤ ਇਹ ਬੜੀ, ਉਹ ਭਈ ਮਸਜਿਦ ਦਾ ਕਮਰਾ ਬਣਾਇਆ। ਅੰਮਾ ਦਾ ਨਾਂ ਕੀ ਸੀ? ਹਸ਼ਮਤ ਬੀਬੀ, ਜਿਹਦੇ ਨਾਲ ਮੇਰੀਆਂ ਗੱਲਾਂ ਹੁੰਦੀਆਂ ਸੀ। ਮੈਂ ਅੰਮਾ ਨਾਲ ਗੱਲਾਂ ਕਰਨਾ ਸੀ। ਹਸ਼ਮਤ ਬੀਬੀ। ਅੱਛਾ, ਉਹਨਾਂ ਦੀਆਂ ਅੱਖਾਂ ਵੀ ਐਂਡ ਤੱਕ ਸਹੀ ਰਹੀਆਂ, ਕੰਨ ਵੀ ਸਹੀ ਰਹੇ, ਦੰਦ ਵੀ ਸਹੀ ਰਹੇ, ਕੀ ਵਜ੍ਹਾ ਸੀ? ਹਾਂ, ਉਹ ਵਜ੍ਹਾ ਉਹਦੀ ਇਹ ਸੀ, ਉਹ ਨੇਕ ਬੰਦਾ ਸੀ। ਅੱਛਾ, ਉਹਨੇ ਚੁਗਲੀ ਨਹੀਂ ਕੀਤੀ। ਅੱਛਾ, ਉਹਨੇ ਝੂਠ ਨਹੀਂ ਬੋਲਿਆ, ਉਹਨੇ ਇੱਥੇ ਢਿੱਡ 'ਚ ਗੱਲ ਨਹੀਂ ਰੱਖੀ, ਕੁਫਰ ਨਹੀਂ ਰੱਖਿਆ, ਨਾ ਕੁਫਰ ਨਹੀਂ ਰੱਖਿਆ, ਸਾਹਮਣੇ ਗੱਲ ਕਰਤੀ, ਸਾਹਮਣੇ ਗੱਲ ਕਰਤੀ, ਕੰਮ ਕਰਨਾ ਰੱਜ ਕੇ। 4 ਕਨਾਲਾਂ ਦੇ ਕਣਕ ਵੱਢ ਲੈਂਦੀ ਸੀ ਅੰਮਾ। 2 ਕਨਾਲਾਂ ਕਣਕ ਵੱਢ ਲੈਂਦੀ। ਹਾਂ, 2 ਕਨਾਲਾਂ ਕਣਕ ਵੱਢ ਲੈਣੀ। ਪੁਰਾਣੇ ਜ਼ਮਾਨੇ ਦੀ ਗੱਲ ਹੈ, ਕਣਕ ਵੱਢਣੀ ਬਹੁਤ ਔਖੀ ਸੀ, ਗਰਮੀ ਬੜੀ ਸੀ ਪੈਂਦੀ, ਗਰਮੀ ਬੜੀ ਪੈਂਦੀ ਸੀ। ਉਹ ਲੋਕ ਤਾਂ ਰੋਜ਼ਾ ਵੀ ਰੱਖਦੇ ਸੀ ਉਸ ਵਕਤ। ਅੱਛਾ, ਕਣਕ ਵੱਢਣੀ ਤੇ ਰੋਜ਼ਾ ਰੱਖਣਾ। ਰੋਜ਼ਾ ਰੱਖ ਕੇ ਕਣਕ ਵੱਢਣੀ। ਹੱਟੇ ਕੱਟੇ ਨਹੀਂ ਰੱਖਦੇ ਰੋਜ਼ਾ। ਹੁਣ ਮੈਂ 3 ਸਾਲ ਹੋ ਗਏ ਤਕਰੀਬਨ, ਮੈਂ ਵੀ ਰੋਜ਼ਾ ਨਹੀਂ ਰੱਖ ਸਕਦਾ, ਮੈਨੂੰ ਤਬਖੀਰ ਨਹੀਂ। ਹੁਣ ਤੁਸੀਂ ਬੱਚਿਆਂ ਦੀ ਉਮਰ ਚ ਆ ਗਏ ਹੋ ਨਾ, ਤਬਖੀਰ ਹੋ ਗਈ। ਅੱਛਾ ਅੱਛਾ, ਅੱਲਾ ਸਿਹਤ ਦੇਵੇਗਾ ਤੁਹਾਨੂੰ। ਹਾਂ, ਤੁਸੀਂ ਦੁਆ ਕਰਿਆ ਕਰੋ ਨਾ। ਹਾਂ, ਅੱਛਾ, ਫਿਰ ਅੰਮਾ ਨੇ ਖਾਬ ਵੇਖਿਆ? ਅੰਮਾ ਨੇ ਖਾਬ ਦੇਖਿਆ। ਅੱਛਾ, ਕਦੀ ਅੰਮਾ ਨੇ ਤੁਹਾਨੂੰ ਮਾਰਿਆ ਸੀ? ਨਹੀਂ, ਮਾਰ ਕਦੀ ਖਾਧੀ? ਨਹੀਂ, ਕਦੇ ਨਹੀਂ ਮਾਰਿਆ। ਤੇ ਅੰਮਾ ਕੋ ਪੈਸੇ ਲੈਂਦੇ ਹੁੰਦੇ ਸੋ? ਪੈਸੇ ਤਾਂ ਉਹਨਾਂ ਦੇ ਕੋਲ, ਉਹ ਪੈਸੇ ਰੱਖਦੀ ਨਹੀਂ ਸੀ। ਅੱਛਾ, ਨਾ, ਉਹ ਪੈਸੇ ਨੂੰ ਹੱਥੇ ਨਹੀਂ ਲਾਇਆ। ਅੱਛਾ, ਉਹਨੂੰ ਨੋਟ ਨਵੇਂ ਬਣੇ 10 ਰੁਪਏ। ਆਹੋ, ਉਹ ਪੈਸੇ ਉਹ ਕਿਤੇ ਮਕਾਨ ਗਈਆਂ 93 ਚੱਕ ਚ ਨਾਲ ਪਿੰਡ ਚ। ਆਹੋ, ਉਹ ਮਤਲਬ ਉਹਨੇ ਦੇਖਿਆ ਕਾਗਜ਼, ਕਹਿੰਦੀ ਪਿਆ, ਕਹਿੰਦੀ ਆ ਦੇਖੋ ਕਿੰਨਾ ਸੋਹਣਾ ਕਾਗਜ਼ ਆ। ਅੱਛਾ, ਉਹ 10 ਦਾ ਨੋਟ ਸੀ। ਉਹ ਦੂਈ ਮਾਈ ਕਹਿੰਦੀ ਇਹ ਤਾਂ 10 ਰੁਪਏ ਆ। ਹਾਂਜੀ, ਹਾਂ, ਕਹਿੰਦੀ ਇਹ ਮੈਂ ਕੀ ਕਰਨੇ? ਫਿਰ ਕਹਿੰਦੀ ਤੂੰ ਘਰ ਲੈ ਜਾ, ਆਪੇ ਨਿਆਣੇ ਲੈ ਲੈਣਗੇ ਤੇਰੇ ਕੋਲ। ਜੇ ਅੱਜ ਕੱਲ ਦੀ ਉਹ ਮਾਈ ਹੁੰਦੀ, ਉਹਨੇ ਮੈਨੂੰ ਫੜਾ ਦੇ। ਹਾਂ, ਉਹਨੇ ਉਹ ਮਾਈ ਵੀ ਚੰਗੀ ਫਿਰ ਨਿਕਲੀ ਨਾ। ਮੈਂ ਕਿਹਾ ਉਹ ਦੇਖੋ, ਉਹਨੂੰ ਪੈਸੇ ਦੀ, ਉਹਨੇ ਤਨਖਾਹ ਨਹੀਂ ਕਿਹਾ, ਉਹਨੇ ਕਿਹਾ ਨਹੀਂ ਬੇਟਾ
ਤਨਖਾਹ ਜਿਹੜੀ ਹੈ ਨਾ, ਤੇਰੀ ਸ਼ਾਦੀ ਹੋ ਗਈ ਹੁਣ, ਇਹ ਆਪਣੀ ਵਾਈਫ ਨੂੰ ਦਿਆ ਕਰ, ਬੇਗਮ ਨੂੰ, ਆਪਣੀ ਬੀਬੀ ਨੂੰ ਦਿਆ ਕਰ। ਉਦੋਂ ਵੀ ਤੁਸੀਂ ਵਾਈਫ ਕਹਿੰਦੇ ਸੋ? ਨਹੀਂ ਹੈ, ਨਹੀਂ, ਉਹ ਤਾਂ ਬੀਬੀ ਕਹਿੰਦੇ ਸੀ ਨਾ। ਅੱਛਾ, ਵਾਈਫ ਤਾਂ ਮੈਂ ਤਾਂ ਖੈਰ ਕਹਿੰਦਾ ਸੀ ਬਾਹਰ ਤਾਂ, ਤੇ ਲੇਕਿਨ ਘਰ ਤਾਂ ਨਹੀਂ ਇਹ ਗੱਲ ਕਹਿੰਦੇ ਸੀ ਮਾਂ ਨੂੰ। ਤੇ ਉਹਦਾ ਨਾਮ ਕੀ ਹੈ? ਕਦੀ ਬੁੜੀ ਪਿੱਛੇ ਮਾਂ ਦਾ ਹਸ਼ਮਤ। ਤੁਸੀਂ ਗੱਲ ਕਹਾ ਮਸਜਿਦ ਵਾਲੀ ਸੁਣੀਓ ਨਹੀਂ? ਹਾਂ, ਉਹ ਦੱਸਣੀ ਗੱਲ ਪੁੱਛਣੀ ਹੈ। ਉਹ ਮਸਜਿਦ ਇਹਨਾਂ ਨੇ ਜਨਾਬ ਕਮਰਾ। ਕਦੀ ਤੁਸੀਂ ਗਵਾਚੇ ਵੀ ਸੋ ਨਿੱਕੇ ਹੁੰਦੇ ਆ? ਨਾ, ਮੈਂ ਅੰਮਾ ਕਦੀ ਲੱਭਣ ਨਹੀਂ ਗਈ? ਨਹੀਂ, ਮੈਨੂੰ ਮੇਰੀ ਗੱਲ ਸੁਣ, ਮੈਂ ਗਲੀਆਂ 'ਚ ਕਦੇ ਗਲਤ ਫਿਰਿਆ ਹੀ ਨਹੀਂ ਸੀ। ਅੱਛਾ। ਉਹ ਰੱਬ ਨੇ ਕਿਸਮਤ ਐਸੀ ਬਣਾਈ ਸੀ ਅਬਦੁਲ ਹੱਕ ਦੀ, ਹਾਂਜੀ, ਵੀ ਘਰ ਜਾਂ ਸਕੂਲ ਬਸ ਬੱਕਰੀਆਂ ਨਹੀਂ ਚਾਰੀਆਂ? ਫਿਰ ਬੱਕਰੀਆਂ ਤਾਂ ਫਿਰ ਛੱਡ ਦਿੱਤੀਆਂ ਖੇਤਾਂ 'ਚ। ਤੇ ਜੇ ਬੱਕਰੀਆਂ ਹੀ ਚਾਰਦੇ ਹੁੰਦੇ ਫਿਰ ਤਾਂ ਤੁਹਾਨੂੰ ਚਾਰਨਾ, ਫਿਰ ਤਾਂ ਚਰਵਾਹਾ ਹੀ ਬਣਦਾ ਮੈਂ। ਨਹੀਂ, ਉਹ ਤਾਂ ਫਿਰ ਰੱਬ ਨੇ ਮਤਲਬ ਮੈਨੂੰ ਦੱਸਿਆ ਨਾ। ਵਿਵਾਦ ਟਪਾਈ ਮੈਨੂੰ ਰੱਬ ਨੇ ਦਿਖਾਇਆ। ਆ ਦੇਖ ਇਹ ਪੜ੍ਹਦੇ ਪਏ ਤੇ ਤੂੰ ਬੱਕਰੀਆਂ ਮਗਰ ਲੱਗਾ। ਔਰ ਹਕੀਕਤ ਹੈ। ਹਾਂਜੀ, ਬਸ ਝੂਠ ਨਹੀਂ ਹੈ। ਖੁਦ ਸਕੂਲ 'ਚ ਗਿਆ ਮੈਂ, ਮੈਨੂੰ ਭੇਜਿਆ ਨਹੀਂ ਸਕੂਲ 'ਚ, ਦਾਖਲ ਨਹੀਂ ਕਰਾਇਆ ਕਿਸੇ ਨੇ, ਮੈਂ ਖੁਦ ਸਕੂਲ 'ਚ ਗਿਆ ਆਪ ਔਰ ਪੜ੍ਹਿਆ ਫਿਰ, ਔਰ ਸਾਰੀ ਉਮਰ ਪੜ੍ਹਾਇਆ। ਹੁਣ ਦੁਆ ਇਹੀ ਕਰੀ ਲਈ ਬਈ ਯਾ ਅੱਲਾ ਨਜ਼ਰ ਕਾਇਮ ਰੱਖ। ਹੁਣ ਅਖਬਾਰ ਵੀ ਪੜ੍ਹੀਦਾ, ਬੱਚਿਆਂ ਨੂੰ ਪੜ੍ਹਾਈ ਦਾ ਵੀ। ਇਸ ਵੇਲੇ ਤੁਹਾਨੂੰ ਐਨਕ ਤੋਂ ਬਿਨਾਂ ਅਖਬਾਰ ਪੜ੍ਹੀ ਜਾਂਦੀ? ਮੈਂ ਐਨਕ ਦੇ ਬਗੈਰ ਪੜ੍ਹ ਲੈਂਦੇ। ਇੱਕ ਅੱਖ 'ਚ ਨਕਸ ਹੈਗਾ ਮੇਰੇ। ਅੱਛਾ, ਇੱਕ 'ਚ, ਲੇਕਿਨ ਇੱਕ ਬਿਲਕੁਲ ਸਹੀ ਹੈ ਜਿਹੜਾ ਅਖਬਾਰ ਵੀ। ਕੰਨ ਵੀ ਬਿਲਕੁਲ ਸਹੀ ਸੁਣਦੇ? ਕੰਨ ਵੀ ਸਹੀ ਹੈ ਬਿਲਕੁਲ ਬੱਚਿਆਂ ਦੀ। ਇਹ ਤੁਹਾਡੇ ਕੰਨ ਪਤਾ ਕਿਉਂ ਸਹੀ ਨੇ? ਤੁਸੀਂ ਆ ਮੋਬਾਈਲ ਨਹੀਂ ਸੁਣਦੇ। ਮੁੰਡੇ ਸਾਰੀ ਰਾਤ ਮੋਬਾਈਲਾਂ ਤੇ ਲੱਗੇ ਰਹਿੰਦੇ। ਮੋਬਾਈਲ ਤਾਂ ਮੈਂ ਸੁਣਦਾ ਕਰ, ਖਬਰ ਤਾਂ ਹੁਣ ਤੇ ਮਦਰੀ ਨੂੰ ਗੱਲ ਕਰੀਏ ਨਾ, ਨਾਸਰ ਮਦਰੀ ਨਾਲ। ਹਾਂਜੀ, ਤੇ ਉਹ ਫਿਰ ਗੱਲ ਤਾਂ ਸੁਣਨੀ ਪੈਂਦੀ ਹੈ ਨਾ। ਪਰ ਨਹੀਂ, ਤੁਸੀਂ ਉਦੋਂ ਨਹੀਂ ਨਾ ਬਹੁਤਾ ਇਸਤੇਮਾਲ ਨਹੀਂ ਕੀਤਾ। ਘੱਟ ਕਰਦੇ। ਉਹ ਹਸਪਤਾਲ ਵਾਲੀ ਗੱਲ ਸੁਣਾਉਂਦਾ ਤੁਹਾਨੂੰ ਮੈਂ। ਹਾਂਜੀ, ਵੀ ਉਹ ਜਿਹੜੀ ਤੁਸੀਂ ਮਸਜਿਦ ਵਾਲੀ ਗੱਲ ਕਰਦੇ ਆ, ਕਮਰਾ ਸੀ ਇੱਕ ਨਿੱਘਾ ਜਿਹਾ ਛੋਟਾ ਜਿਹਾ, ਉਹ ਤਾਂ ਪਹਿਲਾਂ ਢਾਹ ਕੇ ਬਣਾਇਆ ਬੜੀ ਮੁਸ਼ਕਲ ਨਾਲ ਇੱਕ। ਹਾਂਜੀ, ਅੱਛਾ, ਉਹ ਫਿਰ ਜਿਸ ਵਾਰ ਇਹਨਾਂ ਨੇ ਮਸਜਿਦ ਬੜੀ ਕਰਾ ਲਈ ਨਾ, ਸ਼ੀਲ ਕਰ ਲਈ, ਨਵੀਂ ਬਣਾਉਣੀ ਹੈ, ਇਹ ਮੁੰਡੇ ਤੜਫਣ ਲੱਗ ਗਏ। ਕਹਿੰਦਾ ਮਸਜਿਦ ਅਸੀਂ ਵੀ ਬਣਾਉਣੀ ਆ। ਮੈਂ ਕਿਹਾ ਪੁੱਤ ਆਪਣੇ ਕੋਲ ਨਹੀਂ ਬਣਨੀ, ਆਪਾਂ ਗਰੀਬ ਆਦਮੀ ਆ, ਨਹੀਂ ਬਣਨੀ। ਤੇ ਚਲੋ ਉਹ ਮਤਲਬ ਉਹਨਾਂ ਨੇ ਸ਼ੁਰੂ ਕਰਤੀ। ਮਾਂ ਨੂੰ ਖਾਬ ਆਇਆ ਫਿਰ ਇੱਕ ਦਿਨ, ਮਾਂ ਨੂੰ ਖਾਬ ਆਇਆ, ਕਹਿੰਦੀ ਪੁੱਤ ਅੱਜ ਮੈਨੂੰ ਇੱਕ ਸੁਪਨਾ ਆਇਆ, ਸੁਣ ਲਓ ਮੇਰੀ ਗੱਲ ਕੋਲ ਹੋ ਕੇ। ਸੁਪਨਾ ਆਇਆ ਮੈਨੂੰ, ਕਹਿੰਦੀ ਮਸਜਿਦ ਲਈ ਆਉਂਦੇ ਆ ਬੰਦੇ ਚੱਕੀ ਤੇ ਚੁੱਕ ਕੇ ਲਈ ਆਉਂਦੇ ਆ, ਔਰ ਕੱਪੜੇ ਉਹਨਾਂ ਨੇ ਚਿੱਟੇ ਸਫੈਦ ਪਾਏ ਆ। ਉਹ ਮੈਨੂੰ ਪੁੱਛਦੇ ਆ ਕੇ ਅੰਮਾ ਹਸ਼ਮਤ ਦਾ ਘਰ ਕਿਹੜਾ? ਕਹਿੰਦੀ ਪੁੱਤ ਹਸ਼ਮਤ ਤਾਂ ਮੇਰੇ ਹੀ ਨਾਂ। ਕਹਿੰਦਾ ਇਹ ਮੇਰਾ ਮਸਜਿਦ ਹੈ, ਕਿੱਥੇ ਰੱਖਣੀ ਆ? ਇਹ ਤੈਨੂੰ ਭੇਜੀ ਰੱਬ ਨੇ। ਉਹ ਸੁਬਾਹ ਸੁਨੇਹਾ ਦਿੱਤਾ ਉਹਨੇ, ਮਾਂ ਨੇ ਸੁਪਨਾ ਸੁਣਾਇਆ, ਖਾਦ ਨੂੰ ਮੈਂ ਖੁਸ਼ਖਬਰੀ ਦਿੱਤੀ। ਮੈਂ ਕਿਹਾ ਤੇਰੀ ਮਸਜਿਦ ਬਣ ਗਈ। ਉਹ ਜਨਾਬ ਇਸਲਾਮਾਬਾਦ ਸੇ ਸੁਨੇਹਾ ਆ ਗਿਆ, ਤੀਏ ਦਿਨ ਵੀ ਮਸਜਿਦ ਸ਼ੁਰੂ ਕਰੋ, ਜਿੰਨੇ ਮਰਜ਼ੀ ਪੈਸੇ ਲਾਓ। ਬੜੀ ਗੱਲ ਇਹ ਲੋ, ਦੇਖ ਲਓ ਅੱਲਾ ਦੇ। ਅੱਜ ਉੱਥੇ ਜਗ੍ਹਾ ਨਹੀਂ ਸੀ ਹੈਗੀ ਪੈਰ ਰੱਖਣ ਨੂੰ, ਹੈ ਮਸਜਿਦ ਭਰ ਗਈ। ਉਹ ਮਸਜਿਦ ਨਾਸਰ ਬਦਰੀ ਆਇਆ, ਅਜੇ ਤੱਕ ਗਰਮੀ ਦੇ ਵਿੱਚ ਲੋਕ ਗਏ ਨਹੀਂ ਜਨਾਬ। ਅਜੇ ਤੱਕ ਸੁਨੀਆਂ ਨੇ ਤੁਹਾਨੂੰ ਉਧਰ ਦਾਵਤ ਦੇਣੀ ਸੀ ਵੀ ਸਾਡੀ ਮਸਜਿਦ ਵਿੱਚ ਤਕਰੀਰ ਕਰੋ। ਨਹੀਂ, ਉੱਥੇ ਵੀ ਕਰਾਂਗੇ। ਅੱਛਾ, ਇੱਕ ਗੱਲ ਇਹ ਦੱਸੋ, ਉਦੋਂ ਲੋਕ ਲੜਦੇ ਨਹੀਂ ਸੀ, ਹਰ ਇੱਕ ਦੀ ਮਸਜਿਦ ਚਲੇ ਜਾਂਦੇ ਸੀ। ਹੁਣ ਕੀ ਇਹਨਾਂ ਨੂੰ ਸਿਆਪਾ ਪਿਆ, ਇੱਕ ਦੂਜੀ ਦੀ ਮਸੀਤੇ ਨਹੀਂ ਵੜਦੇ ਲੋਕੀ? ਗੱਲ ਇਹ ਆ ਵੀ ਉਸ ਵਕਤ ਜਿਹੜੇ ਲੋਕ ਸੀ ਸਿੱਧੇ ਸਾਦੇ ਸੀ, ਤੇ ਉਹਨਾਂ ਨੂੰ ਸਿਰਫ ਆਪਣੇ ਕੰਮ ਨਾਲ ਸੀ ਜਾਂ ਅੱਲਾਹ ਤੋਬਾ ਨਾਲ ਸੀ। ਉਦੋਂ ਲੋਕ ਅੱਲਾਹ ਤੋਂ ਡਰਦੇ ਬੜਾ ਸੀ। ਨਾ ਰੇਡੀਓ ਸੀ, ਨਾ ਟੈਲੀਵਿਜ਼ਨ ਸੀ, ਨਾ ਗਾਣੇ ਵਜਾਉਣੇ ਸੀ, ਕੋਈ ਨਹੀਂ ਸੀ, ਕੰਜਰਖਾਨਾ ਕੋਈ ਕੰਮ ਗੰਦਾ ਹੈ ਨਹੀਂ ਸੀ ਸਾਡੇ ਪਿੰਡ 'ਚ। ਅੱਛਾ, ਅਸੀਂ ਜਿਹੜੇ ਚੰਦ ਬੰਦੇ ਸੀ, ਅਸੀਂ ਗਲਤ ਕੰਮ ਹੋਣੇ ਨਹੀਂ ਦਿੰਦੇ ਸੀ। ਡਕਲੇ ਸ਼ਕਲੀ ਜਿਹੜੇ ਆਉਂਦੇ ਹੁੰਦੇ ਸੀ ਨਾ, ਇਹਨਾਂ ਨੂੰ ਅਸੀਂ ਪਿੰਡ 'ਚ ਬਣ ਦਿੰਦੇ ਸੀ। ਇਹ ਕੰਮ ਸਾਡੇ ਪਿੰਡ ਨਹੀਂ। ਹੁਣ ਅਗਰ ਕਰਨਾ ਕਰਾਉਣਾ, ਤੁਸੀਂ ਜਾ ਕੇ ਕਿਤੇ ਬਾਹਰ ਕਰੋ, ਡੇਰੇ ਤੇ ਜਾਓ, ਡੇਰੇ ਕਿਤੇ ਚਲੇ ਜਾਓ ਜਾਂ ਦੂਰ ਚਲੇ ਜਾਓ। ਹੋਣ ਹੀ ਨਹੀਂ ਦਿੱਤਾ। ਅੱਛਾ, ਲੜ ਨਹੀਂ ਦਿੱਤਾ ਬੰਦਿਆਂ ਨੂੰ। ਲੜ ਪਏ, ਉਹਨਾਂ ਦੀ ਬੇਨਤ ਵੀ ਕੀਤੀ ਜਾ। ਅੱਛਾ, ਜੱਟਾਂ 'ਚ ਬੰਦੇ ਲੜਦੇ ਕਿਉਂ ਤੇ ਕਤਲ ਕੋ ਬਹੁਤੇ ਕਰਦੇ? ਇਹ ਜੱਟ ਜਿਹੜੇ ਸਾਡੇ ਜਿਹੜੇ ਪਿੰਡ ਦੇ ਜੱਟ ਜੇ ਇਹ ਸ਼ਰੀਫ ਆ, ਇਹ ਸ਼ਰੀਫ ਜੱਟ ਨੇ। ਇਹ ਉਹ ਜਿਹੜੇ ਦੂਏ ਬੜਾਏ ਤੇ ਜੱਟ ਆ, ਉਹ ਬੰਦੇ ਉਹ ਲੜ ਪੈਂਦੇ ਨੇ। ਉਹ ਕਹਿੰਦੇ ਲੜਕੇ ਉਹਨੇ ਜਿੱਦਾਂ ਬਹੁਤ ਉਹ ਤਾਂ ਸਾਰੇ ਹੁਣ ਤੱਕ ਵੀ ਲੜਦੇ ਆ। ਓਏ ਹੋਏ, ਉਹ ਤਾਂ
ਬਹੁਤ ਕੰਮ ਨਸਲਾਂ ਭੈੜੀਆਂ ਕੰਮ। ਅੱਛਾ, ਤੁਸੀਂ ਅੱਜ ਦੇ ਬੰਦਿਆਂ ਨੂੰ ਜਿਹੜੇ ਮੁੰਡੇ ਨੇ ਅੱਜ ਦੇ ਪੈਂਟੂ ਸ਼ਲਟੂ, ਆਹ ਪੈਂਟ ਸ਼ਰਟ ਵਾਲੇ ਮੁੰਡੇ ਕੱਛੇ ਵਾਲੇ, ਇਹ ਮੋਬਾਈਲਾਂ ਵਾਲੇ, ਇਹਨਾਂ ਨੂੰ ਕੀ ਤੁਸੀਂ ਤਜਰਬੇ ਦੀ ਗੱਲ ਦੱਸਦੇ ਹੋ ਕਿ ਇਹ ਸਿਹਤ ਵੱਲੋਂ ਸਹੀ ਰਹਿਣ? ਇਹ ਸਿਹਤ ਵੱਲੋਂ ਸਿਹਤ ਹੈ। ਇੱਕ ਤਾਂ ਜਿਹੜਾ ਮੋਬਾਈਲ ਆ ਨਾ, ਹਾਂਜੀ, ਇਹਦੀ ਬੇੜੀ ਬੋਲਣਾ, ਇਹਨੂੰ ਘੱਟ ਚਲਾਉਣਾ, ਇਹਨੂੰ ਘੱਟ ਚਲਾਉਣਾ। ਅੱਛਾ, ਤੇ ਕਿਤਾਬਾਂ ਵੱਲ ਦੇਖਣ ਜ਼ਿਆਦਾ, ਅੱਛਾ, ਤੇ ਅਖਬਾਰ ਪੜ੍ਹਨੇ ਜ਼ਿਆਦਾ, ਇਹ ਬਜ਼ੁਰਗਾਂ ਦੀ ਸੋਭਤ 'ਚ ਬੈਠਣ, ਤੇ ਇਹ ਜਿਹੜਾ ਇਹਨਾਂ ਦਾ ਆਪਣਾ ਗਰੁੱਪ ਆ ਨਾ, ਇਹਦੇ ਵਿੱਚ ਬਚਣ ਵਿੱਚ ਬੱਚੇ ਬਹੁਤ ਯਾਨੀ ਕਿ ਸ਼ਰਾਰਤੀ ਬੱਚੇ ਪੈਦਾ ਹੋ ਚੁੱਕੇ ਆ, ਜਿਹੜੇ ਮੁਆਸ਼ਰੇ ਨੂੰ ਵਿਗਾੜਦੇ ਪਏ ਆ। ਇੱਕ ਸਾਡੇ ਮਨਸ਼ੀਆਤ ਜਿਹੜੇ ਆ ਨਾ ਫਰੋਸ਼, ਇਹ ਬੇੜਾ ਕਰ ਲਈ ਪਈ ਹੈ। ਨਸ਼ਾ ਬੜਾ ਪੀਣ ਲੱਗ ਪਏ ਨੇ, ਨਸ਼ਾ ਪੀਣ ਲੱਗਾ, ਇਹ ਸਿਗਰਟ ਤੇ ਪਰਹੇਜ਼ ਕਰਨ ਬੱਚੇ। ਆ 83 ਸਾਲ ਦੀ ਉਮਰ 'ਚ ਤੁਹਾਡੀ ਯਾਦਦਾਸ਼ਤ ਇੰਨੀ ਪੱਕੀ ਹੈ, ਇਹਦਾ ਕੀ ਰਾਜ਼ ਹੈ? ਇਹਦਾ ਰਾਜ਼ ਸਾਫ ਖੁਰਾਕ, ਅੱਛਾ, ਸੱਚ ਦਾ ਸਾਥ ਨਹੀਂ ਛੱਡਿਆ, ਤੇ ਨਾ ਹੱਕ ਕਿਸੇ ਦਾ, ਨਾ ਹੱਕ ਕਿਸੇ ਨਾਲ ਨਹੀਂ ਚੱਲੇ, ਅੱਛਾ, ਹੱਕ ਵਾਲੇ ਨਾਲ ਚੱਲੇ ਆ। ਸਹੀ ਹੈ, ਸੱਚੀ ਗੱਲ ਕਰ ਦਿੱਤੀ ਹਰ ਬੰਦੇ ਦੇ ਸਾਹਮਣੇ, ਔਰ ਜਾਬਰ ਤੇ ਜਾਬਰ ਬੰਦੇ ਦੇ ਸਾਹਮਣੇ ਮੁਆਸ਼ਰੇ 'ਚ ਬੁਰਾਈ ਨਹੀਂ ਫੈਲਣ ਦਿੱਤੀ। ਸਹੀ ਹੈ, ਕਿਸੇ ਬੰਦੇ ਨੂੰ ਇਹ ਨਹੀਂ ਗਲਤ ਕੰਮ ਕਰਕੇ ਉਹ ਪਰੇ ਹੋ ਜਾਵੇ, ਨਹੀਂ, ਗੱਲ ਸੁਣੋ ਠਹਿਰ ਕੇ। ਤੁਹਾਡਾ ਬੇਲੀ ਕੋਈ ਗੈਰ ਮੁਸਲਮ ਵੀ ਹੈਗਾ ਸੀ, ਕੋਈ ਸਿੱਖ, ਕੋਈ ਹਿੰਦੂ, ਕੋਈ ਪੁਰਾਣੇ? ਮੈਂ ਤਾਂ ਉਸ ਵਕਤ 47 ਬੱਚਾ ਹੀ ਸੀ, 10 ਸਾਲ ਦਾ। ਹਾਂ, 10 ਸਾਲ ਦਾ ਬੱਚਾ ਹੀ ਸੀ ਉਸ ਵਕਤ। ਕੋਈ ਨਹੀਂ, ਸਾਡੇ ਤਾਂ ਮੁੰਡਾ ਇੱਕ ਚੂੜੇ ਦਾ ਮੁੰਡਾ ਪੜ੍ਹਦਾ ਸੀ ਸਾਡੇ। ਅੱਛਾ, ਬਸ ਸਹੀ ਹੈ, ਉਹ ਬੱਚਾ ਸੀ। ਉਦੋਂ ਲੋਕ ਮਿਲ ਕੇ ਰਹਿੰਦੇ ਸੀ, ਉਦੋਂ ਆ ਇੱਕ ਦੂਜੇ ਦੇ ਦਿਲ ਦੇ ਖਿਲਾਫ ਗੱਲ ਨਹੀਂ। ਲੋਕ ਇੱਕ ਦੂਜੇ ਦੀ ਕਣਕਾਂ ਵਢਾਉਂਦੇ ਹੁੰਦੇ ਸੀ, ਲੋਕ ਇੱਕ ਦੂਜੇ ਦਾ ਹਲ ਬਹਾਉਂਦੇ ਹੁੰਦੇ ਸੀ। ਲੈ ਵੀ ਮੇਰੀ ਵਾਰੀ, ਅੱਜ ਮੇਰੀ ਕਣਕ ਬੀਜੇ, ਸਾਰੇ ਚਲੇਗਾ, ਇੱਕੋ ਦਿਨ ਬੀਜਿਆ। ਅੱਛਾ, ਕਣਕ ਵੱਢਣੀ, ਢੋਲ ਵਜਾਉਣੇ, ਵੀ ਸਾਰੇ ਇਕੱਠੀ ਵੰਡ ਦੇਣੀ। ਏਦਾਂ ਬਗਾਰ ਕਹਿੰਦੇ ਸੀ, ਮੰਗਾਰ ਤੇ ਜਾਣਾ, ਬਗਾਰ ਤੇ ਸਾਰੇ ਅੱਜ ਫਲਾਣੇ ਦੀ ਬਗਾਰ ਹੈ ਜੀ, ਇਕੱਠੀ ਕਰ ਲੈਂਦੇ ਸੀ। ਹਾਲ ਵੀ ਲੋਕੀ ਇੰਝ ਹੀ ਕੱਢਦੇ ਸੀ। ਹਾਂ, ਬਸ ਇਹ ਖਾਲੇ ਖੂਲੇ ਕੰਮ ਜਿਹੜਾ ਮੁਸ਼ਤਰਕਾ ਬੜਾ ਕੰਮ ਹੋਣਾ, ਅੱਛਾ, ਏਦਾਂ ਕਰ ਲੈਣਾ, ਰਲ ਕੇ ਕਰ ਲੈਣਾ। ਲੋ ਜੀ ਨਾਜ਼ਰੀਨ, ਅੱਜ ਤੁਹਾਡੇ ਨਾਲ ਮੈਂ ਐਸੀ ਸ਼ਖਸੀਅਤ, ਬਜ਼ੁਰਗ ਹਸਤੀ ਦੀ ਮੁਲਾਕਾਤ ਕਰਾਈ ਕਿ ਜਿਨ੍ਹਾਂ ਦੀਆਂ ਗੱਲਾਂ ਤੁਸੀਂ ਪੁਰਾਣੀਆਂ ਸੁਣੀਆਂ ਤੇ ਪੁਰਾਣੇ ਲੋਕਾਂ ਦੀ ਪੁਰਾਣੀਆਂ ਯਾਦਾਂ ਤੁਹਾਡੇ ਸਾਹਮਣੇ ਰੱਖੀਆਂ। ਇਹ ਸਾਡਾ ਵਸਦਾ ਰਵੇ ਪੰਜਾਬ। ਪੰਜਾਬ ਦੇ ਵਿੱਚ ਰਹਿਣ ਵਾਲਿਆਂ ਨੂੰ ਇਹ ਪੈਗਾਮ ਹੈ ਕਿ ਤੁਸੀਂ ਆਪਣੀ ਧਰਤੀ ਮਾਂ ਦੀ ਮਾਂ ਬੋਲੀ ਨਾਲ ਪਿਆਰ ਕਰੋ। ਆਪਣੀ ਜ਼ਬਾਨ 'ਚ ਬੰਦਾ ਤਰੱਕੀ ਕਰਦਾ ਹੈ, ਆਪਣੀ ਜ਼ਬਾਨ 'ਚ ਜ਼ਿਆਦਾ ਸਿੱਖਦਾ ਹੈ, ਤੇ ਆਪਣੀ ਜ਼ਬਾਨ ਅਸੀਂ ਛੱਡੀ ਜਾਂਦੇ ਹਾਂ ਤੇ ਅਸੀਂ ਹੋਰਾਂ ਦੀ ਜ਼ਬਾਨ ਪੜ੍ਹੀ ਜਾਂਦੇ ਹਾਂ। ਆਪਣੀ ਜ਼ਬਾਨ 'ਤੇ ਵੀ ਸਾਨੂੰ ਪਿਆਰ ਰੱਖਣਾ ਚਾਹੀਦਾ ਹੈ। ਤੇ ਜਿਹੜੇ ਬਜ਼ੁਰਗਾਂ ਨੇ ਗੱਲਾਂ ਦਸੀਆਂ ਕਿ ਖੁਰਾਕ ਸਾਨੂੰ ਚੰਗੀ ਖਾਣੀ ਚਾਹੀਦੀ ਹੈ, ਬਾਜ਼ਾਰੋਂ ਖਾਣੇ ਘੱਟ ਖਾਣੇ ਚਾਹੀਦੇ ਨੇ, ਤੇ ਸਿਹਤ ਇਹਦੇ 'ਚ ਹੀ ਹੈ ਕਿ ਟਾਈਮ ਨਾਲ ਸੋਇਆ ਕਰੋ ਤੇ ਟਾਈਮ ਨਾਲ ਉੱਠਿਆ ਕਰੋ ਤੇ ਟਾਈਮ ਦੇ ਨਾਲ ਹੀ ਕੰਮ ਕਰਿਆ ਕਰੋ। ਤੇ ਜਿਹੜੀਆਂ ਗੱਲਾਂ ਬਜ਼ੁਰਗਾਂ ਨੇ ਦਸੀਆਂ ਕਿ ਮੈਂ ਇਹ ਸਕੂਲ ਪੜ੍ਹਿਆ, ਫਿਰ ਮੈਂ ਟੀਚਰ ਲੱਗ ਗਿਆ, ਫਿਰ ਮੈਂ ਜ਼ਿੰਮੇਦਾਰੀ ਨਾਲ ਡਿਊਟੀ ਕੀਤੀ ਟਾਈਮ ਨਾਲ। ਅੱਜ ਦੇ ਮਾਸਟਰ ਸਾਹਿਬਾਨ ਨੂੰ ਵੀ ਪੈਗਾਮ ਹੈ ਕਿ ਮਾਸਟਰ ਸਾਹਿਬ ਨੇ ਦੱਸਿਆ ਕਿ ਹੁਣ ਵੀ ਮੈਨੂੰ ਹਰ ਮਹਿਕਮਾ ਸਲਾਮ ਕਰਦਾ। ਉਹਦੀ ਵਜ੍ਹਾ ਕਿ ਮਾਸਟਰ ਸਾਹਿਬ ਨੇ ਆਪਣੀ ਡਿਊਟੀ ਨੂੰ ਪੈਸਾ ਤੇ ਜ਼ਰੀਆ ਮੁਆਸ਼ ਨਹੀਂ ਸਮਝਿਆ, ਬਲਕਿ ਇਬਾਦਤ ਸਮਝ ਕੇ ਨੌਕਰੀ ਕੀਤੀ। ਤੇ ਅੱਜ ਉਹਨਾਂ ਦੇ ਸ਼ਾਗਿਰਦ ਇਹਨਾਂ ਨੂੰ ਪੀਰ ਮੰਨਦੇ ਨੇ, ਮੁਰਸ਼ਦ ਮੰਨਦੇ ਨੇ, ਮਹਾਨ ਮੰਨਦੇ ਨੇ ਤੇ ਗੁਰੂ ਮੰਨਦੇ ਨੇ। ਤੇ ਉਹਦੀ ਵਜ੍ਹਾ ਕੀ ਹੈ ਕਿ ਜਿੰਨੇ ਆਪਣੇ ਕੰਮ ਨੇ ਉਹਨੂੰ ਕੰਮ ਸਮਝ ਕੇ ਕੀਤਾ ਜਾਏ, ਇਬਾਦਤ ਸਮਝ ਕੇ, ਤੇ ਲੋਕ ਫਿਰ ਸਾਰੀ ਜ਼ਿੰਦਗੀ ਯਾਦ ਰੱਖਦੇ। ਜਿਸ ਤਰ੍ਹਾਂ ਉਹਨਾਂ ਦੱਸਿਆ ਕਿ 3 ਮਹੀਨੇ ਮੈਂ ਇੱਕ ਸਕੂਲ 'ਚ ਰਿਹਾ ਤੇ ਮੈਨੂੰ ਲੋਕੀ ਅੱਜ ਵੀ ਯਾਦ ਕਰਦੇ ਨੇ। ਤੇ ਸਾਨੂੰ ਵੀ ਚਾਹੀਦਾ ਹੈ ਕਿ ਜਿਤਨੇ ਮਾਸਟਰ ਸਾਹਿਬਾਨ ਉਹ ਡਿਊਟੀ ਨੂੰ ਇਬਾਦਤ ਸਮਝ ਕੇ ਕਰਨ, ਲੋਕ ਉਹਨਾਂ ਨੂੰ ਸਲਾਮ ਕਰਨਗੇ। ਤੇ ਹਕੂਮਤ ਨੂੰ ਵੀ ਚਾਹੀਦਾ ਹੈ ਕਿ ਉਸਤਾਦ ਜਿਤਨੇ ਵੀ ਕੌਮ ਦੇ ਨੇ ਇਹਨਾਂ ਨੂੰ ਇhtਜਾਜ ਤੇ ਮਜਬੂਰ ਨਾ ਕੀਤਾ ਜਾਏ, ਬਲਕਿ ਇਹਨਾਂ ਨੂੰ ਕਾਰਡ ਇਸ਼ੂ ਕੀਤੇ ਜਾਣ ਕਿ ਜਿੱਥੇ ਵੀ ਕੋਈ ਤਾਰਫ ਕਰਾਏ ਕਿ ਆਈ ਐਮ ਟੀਚਰ, ਮੈਂ ਉਸਤਾਦ ਹਾਂ, ਤੇ ਫੌਰਨ ਉਹਨੂੰ ਸਲੂਟ ਮਾਰਿਆ ਜਾਏ, ਤਾਂ ਕਿ ਹਰ ਵਜ਼ੀਰ ਆਜ਼ਮ ਇੱਕ ਉਸਤਾਦ ਕੋਲੋਂ ਪੜ੍ਹ ਕੇ ਹੀ ਤੇ ਵਜ਼ੀਰ ਆਜ਼ਮ ਦੀ ਕੁਰਸੀ ਤੇ ਪਹੁੰਚਦਾ ਹੈ। ਤੇ ਜੇ ਉਸਤਾਦਾਂ ਨੂੰ ਹੀ ਵਜ਼ੀਰ ਆਜ਼ਮ ਕੋਲੋਂ ਜਨਾਬ ਇਨਸਾਫ ਲੈਣਾ ਪੈ ਜੇ ਤੇ ਫਿਰ ਉਹ ਸ਼ਾਗਿਰਦ ਕਾਹਦਾ ਜਿਹੜਾ ਉਸਤਾਦਾਂ ਨੂੰ ਇਨਸਾਫ ਨਹੀਂ ਦੇ ਸਕਦਾ। ਇਸ ਵਾਸਤੇ ਇਹ ਨੌਬਤ ਨਹੀਂ ਆਉਣੀ ਚਾਹੀਦੀ। ਔਰ ਮੈਂ ਆਪਣੇ ਦੋਸਤਾਂ ਚੰਨਾਂ ਨੂੰ ਕਹਾਂਗਾ, ਜਿਸ ਤਰ੍ਹਾਂ ਮੇਰੀ ਯਾਰੀ ਦੇ 20 ਸਾਲ ਹੋ ਗਏ ਨੇ, ਮੈਂ ਅੱਜ ਵੀ ਇਹਨਾਂ ਬਜ਼ੁਰਗਾਂ ਨਾਲ ਪਿਆਰ ਕਰਨਾ ਹੈ। ਜਦੋਂ ਭਾਈ ਖਾਲਦ ਸਾਹਿਬ ਨੂੰ ਫੋਨ ਕਰਾਂ ਤੇ ਪੁੱਛਦਾ ਮੇਰੇ ਬਜ਼ੁਰਗਾਂ ਦਾ ਕੀ ਹਾਲ, ਅੰਮਾ ਜੀ ਦੇ ਕੋਲ ਮੈਂ ਆਉਣਾ ਤੇ ਮੈਂ ਬਹਿਣਾ ਤੇ ਅੰਮਾ ਨੇ ਮੈਨੂੰ ਪੁਰਾਣੀਆਂ ਗੱਲਾਂ ਸੁਣਾਉਣੀਆਂ ਕਿ ਸਾਰੇ ਘਰ ਦਾ ਮੈਂ ਕੰਮ ਕਰਨੀ ਸਾਂ, ਪੱਠੇ ਲਿਆਉਣੇ, ਮੱਝਾਂ ਨੂੰ ਪਾਉਣੇ, ਕਣਕ ਵੱਢਣੀ, ਘਰ ਦਾ ਕੰਮ ਕਰਨਾ, ਬੈਲਾਂ ਦੇ ਕੱਪੜੇ ਧੋਣੇ। ਅੱਜ ਦੀਆਂ ਮੇਰੀਆਂ ਭੈਣਾਂ ਨੂੰ ਵੀ ਪੈਗਾਮ ਹੈ ਕਿ ਤੁਸੀਂ ਵੀ ਘਰਾਂ ਦੇ ਕੰਮ ਕਰਿਆ ਕਰੋ, ਤੇ ਕੰਮ ਕਰਨ ਵਾਲੇ ਨੂੰ ਕਦੀ ਅੱਲਾ ਜ਼ਲੀਲ ਨਹੀਂ ਕਰਦਾ।
ਮਿਹਨਤ ਕਰਨ ਵਾਲਾ ਅੱਲਾ ਦਾ ਦੋਸਤ ਬਣ ਜਾਂਦਾ ਹੈ। ਅਲ ਕਾਸਿਬੂ ਹਬੀਬੁੱਲਾ, ਇਹ ਸਾਰੇ ਮੇਰੇ ਚੰਨ ਮੇਰੇ ਮੱਖਣ 720 ਦੇ ਅੰਦਰ ਵਸਦੇ ਰਹਿਣ, ਹੱਸਦੇ ਰਹਿਣ। ਤੇ ਤੁਸੀਂ ਵੀ ਜਿੰਨੇ ਮੇਰੇ ਚੰਨ ਹੋ, ਮੈਂ ਤੁਹਾਨੂੰ ਵੀ ਇਹ ਪੈਗਾਮ ਦਊਂ ਕਿ ਤੁਸੀਂ ਪਿੰਡਾਂ ਦੀ ਜ਼ਿੰਦਗੀ ਨਾਲ ਪਿਆਰ ਕਰੋ। ਪਿੰਡ ਦੇ ਲੋਕ ਜਿਹੜੇ ਹੁੰਦੇ ਨੇ ਖਾਲਸ ਹੁੰਦੇ ਨੇ, ਉਹਨਾਂ ਦੀ ਗੱਲ ਖਾਲਸ ਹੁੰਦੀ, ਪਿੰਡਾਂ ਦੇ ਲੋਕਾਂ ਦੀ ਖੁਰਾਕ ਖਾਲਸ ਹੁੰਦੀ। ਅਸੀਂ ਸ਼ਹਿਰਾਂ ਨੂੰ ਭੱਜ ਜਾਣ ਲੱਗ ਪਏ, ਤੇ ਸ਼ਹਿਰਾਂ ਦੇ ਵਿੱਚ ਫਿਰ ਆਲੂਦਗੀ ਬੜੀ, ਪੋਲੂਸ਼ਨ ਬੜੀ, ਤੇ ਸ਼ਹਿਰਾਂ ਦੇ ਵਿੱਚ ਫਿਰ ਮਸਾਇਲ ਬੜੇ ਟ੍ਰੈਫਿਕ ਦੇ, ਤੇ ਜਨਾਬ ਫਿਰ ਸ਼ਹਿਰਾਂ 'ਚ ਲੋਕ ਇੱਕ ਦੂਜੇ ਨੂੰ ਮਿਲਦੇ ਘੱਟ ਨੇ। ਪਿੰਡਾਂ ਦੇ ਲੋਕ ਬਜ਼ੁਰਗ ਦੱਸਦੇ ਨੇ ਕਿ ਇੱਕ ਦੂਜੇ ਦਾ ਕੰਮ ਫ੍ਰੀ ਕਰ ਦਿੰਦੇ ਸੀ, ਤੇ ਹੁਣ ਬੱਚਿਆਂ ਨੂੰ ਕੋਈ ਘਰ ਦਾ ਕੰਮ ਕਹੀਏ ਤੇ ਇਹਨਾਂ ਨੂੰ ਮੌਤ ਵਿਖਾਲੀ ਦਿੰਦੀ ਏ। ਲਿਹਾਜ਼ਾ ਮੇਰੇ ਚੰਨੋ, ਇਹ ਪੁਰਾਣੇ ਬਜ਼ੁਰਗਾਂ ਨਾਲ ਅੱਜ ਮੈਂ ਬੈਠਕ ਕੀਤੀ ਏ। 2020 ਸਨ ਜੇ, ਤੇ ਜਨਾਬ ਅੱਜ 17 ਜੁਲਾਈ ਜੇ, ਤੇ ਜਨਾਬ 7ਵਾਂ ਮਹੀਨਾ ਹੈ। ਜ਼ਿੰਦਗੀ ਦੇ ਮੇਲੇ ਨੇ। ਮੈਂ ਆਪਣੇ ਬਜ਼ੁਰਗਾਂ ਦੇ ਨਾਂ ਇੱਕ ਸ਼ੇਅਰ ਕਰਕੇ ਇਜਾਜ਼ਤ ਚਾਹੁੰਦਾ ਹੈ। ਆਂਦੇ ਨੇ, ਛੱਡ ਯਾਰ ਆਲਮ ਤੇਰਾ ਦੁਨੀਆ ਤੇ ਕੰਮ ਕੀ, ਉਹ ਵੀ ਟੁਰ ਗਿਆ ਜਿਹਦੇ ਦਮ ਨਾਲ ਦਮ ਸੀ। ਐਵੇਂ ਹਾਰੀ ਸਾਰੀ ਨੂੰ ਨਹੀਂ ਸੱਜਣ ਬਣਾਈਦਾ, ਦਿਲ ਵਾਲਾ ਦੁਖੜਾ ਨਹੀਂ ਕਿਸੇ ਨੂੰ ਸੁਣਾਈਦਾ, ਆਪਣੀਆਂ ਸੋਚਾਂ ਵਿੱਚ ਆਪ ਮੁੱਕ ਜਾਈਦਾ। ਬੇਲੀ ਜਿਹੜੇ ਹੁੰਦੇ ਨੇ ਨਾ, ਉਹ ਬੜੀਆਂ ਚੀਜ਼ਾਂ ਮੀਆਂ ਮੁਹੰਮਦ ਬਖਸ਼ ਨੇ ਲਿਖਿਆ ਹੈ। ਨੀਚਾਂ ਦੀ ਅਸ਼ਨਾਈ ਕੋਲੋਂ ਫੈਜ਼ ਕਿਸੇ ਨਾ ਪਾਇਆ, ਤੇ ਕਿੱਕਰ ਤੇ ਅੰਗੂਰ ਚੜਾਇਆ, ਤੇ ਹਰ ਗੁੱਛਾ ਜ਼ਖਮਾਇਆ ਹੈ। ਇਹ ਸਾਨੂੰ ਚਾਹੀਦਾ ਹੈ ਕਿ ਅਸੀਂ ਰਲ ਮਿਲ ਕੇ ਰਹੀਏ, ਤੇ ਲੱਖਾਂ ਬੇਰ ਬੇਰੀ ਨੂੰ ਲੱਗਦੇ ਤੇ ਝੜ ਜਾਂਦੇ ਕਈ ਕੱਚੇ, ਜਿਹੜੇ ਪੱਕਣ ਲਾਲ ਮੁਹੰਮਦ ਉਹ ਹੀ ਖਾਂਦੇ ਬੂਟੇ। ਸਰਜੀਆਂ ਨੇ ਦੱਸਿਆ ਹੈ ਕਿ ਮੈਂ ਕਦੀ ਪੜ੍ਹਨ ਤੋਂ ਨਹੀਂ ਸੀ ਮਾਰਿਆ ਕਿ ਤੂੰ ਕੰਮ ਕਰਕੇ ਨਹੀਂ ਲਿਆਂਦਾ। ਮੈਂ ਉਹਨਾਂ ਨੂੰ ਘਰ ਕੋਲ ਬਿਠਾ ਕੇ ਕੰਮ ਕਰਾਉਣਾ ਸਾਂ, ਸਿਰਫ ਮਾਰਨਾ ਹਾਂ ਜਿਹੜੇ ਮੁੰਡੇ ਸ਼ਰਾਰਤਾਂ ਕਰਦੇ। ਇਹਦਾ ਮਤਲਬ ਟੀਚਰ ਉਦੋਂ ਵੀ ਮਾਰਨਾ ਨਹੀਂ ਸੀ ਪੜ੍ਹਾਉਂਦੇ, ਸਿਰਫ ਡਰ ਨਾਲ ਪੜ੍ਹਾਉਂਦੇ ਸੀ, ਤੇ ਪਿਆਰ ਨਾਲ ਪੜ੍ਹਾਉਂਦੇ ਸੀ। ਇਹਦਾ ਮਤਲਬ ਹੈ ਕਿ ਬਜ਼ੁਰਗਾਂ ਨੇ 1937 ਦੇ ਵਿੱਚ ਇਸ ਦੁਨੀਆ 'ਚ ਕਦਮ ਰੱਖਿਆ, ਤੇ ਜਨਾਬ ਫਿਰ 47 ਦੇ ਵਿੱਚ ਕੱਚੀ 'ਚ ਦਾਖਲ ਹੋ ਗਏ, ਤੇ 57 'ਚ ਇਹਨਾਂ ਮੈਟਰਿਕ ਕਰ ਲਈ, ਤੇ 1900 ਤਕਰੀਬਨ 60 ਦੇ ਵਿੱਚ ਮਾਸਟਰ ਭਰਤੀ ਹੋ ਗਏ, ਤੇ ਜਨਾਬ 1995 ਦੇ ਵਿੱਚ 35 ਸਾਲ ਨੌਕਰੀ ਕਰਕੇ ਤੇ ਜਨਾਬ ਇਹ ਰਿਟਾਇਰ ਹੋ ਗਏ। ਤੇ ਫਿਰ ਇਹਨਾਂ ਨੇ ਪ੍ਰਾਈਵੇਟ ਸਕੂਲ ਖੋਲ੍ਹ ਲਿਆ, ਉੱਥੇ ਵੀ ਫੀਸ ਨਾ ਹੋਇਆ ਵਰਗੀ ਲਈ, ਤੇ ਅੱਜ ਤੱਕ ਫਿਰ ਵੀ ਬੱਚਿਆਂ ਨੂੰ 83 ਸਾਲ ਦੀ ਉਮਰ 'ਚ ਵੀ ਬੱਚਿਆਂ ਨੂੰ ਪੜ੍ਹਾ ਰਹੇ ਨੇ। ਇਹ ਸਾਰੇ ਮੇਰੇ ਚੰਨਾਂ ਨੂੰ ਪੈਗਾਮ ਹੈ ਕਿ ਇਸ ਉਮਰ ਦੇ ਵਿੱਚ ਵੀ ਬਜ਼ੁਰਗ ਤਲੀਬ ਨੂੰ ਲੋਕਾਂ ਤੱਕ ਪਹੁੰਚਾ ਰਹੇ। ਇਹ ਨੂਰ ਹੈ, ਇਹ ਇਲਮ ਨੂੰ ਫਾਇਦਾ ਉਹੀ ਹੈ ਜਿਹੜਾ ਅੱਗੇ ਪਹੁੰਚਾਇਆ ਜਾਏ। ਲਿਹਾਜ਼ਾ ਸਾਰੇ ਮੇਰੇ ਚੰਨ ਅੱਜ ਦੇ ਇਸ ਇੰਟਰਵਿਊ ਨੂੰ ਧਿਆਨ ਨਾਲ ਸੁਣਨ, ਤੇ ਆਪਣੀਆਂ ਨਸਲਾਂ ਨੂੰ ਇਹ ਗੱਲਾਂ ਸੁਣਾਉਣ ਕਿ ਬਜ਼ੁਰਗਾਂ ਕਿੱਡੀ ਸਿੱਧੀ ਸਾਦੀ ਜ਼ਬਾਨ 'ਚ ਵੇਖੋ ਅਜੇ ਤੱਕ ਯਾਦਦਾਸ਼ਤ ਹੈ ਕਿ ਪੂਰੀ ਆਪਣੀ ਜ਼ਿੰਦਗੀ ਦੀ ਹਿਸਟਰੀ ਯਾਦ ਹੈ, ਮਾਸਟਰਾਂ ਦੇ ਨਾਮ ਯਾਦ ਨੇ। ਤੇ ਅੱਜ ਦੇ ਮੁੰਡਿਆਂ ਨੂੰ ਆਪਣੇ ਮਾਸਟਰਾਂ ਦੇ ਨਾਂ ਹੀ ਨਹੀਂ ਯਾਦ, ਤੇ ਉਦੋਂ ਮਾਸਟਰ ਵੀ ਥੋੜ੍ਹੇ ਹੁੰਦੇ ਸੀ। ਤੇ ਮੈਂ ਹਕੂਮਤ ਨੂੰ ਵੀ ਕਹਾਂਗਾ ਤੇ ਆਪਣੇ ਚੰਨਾਂ ਨੂੰ ਵੀ ਕਹਾਂਗਾ, ਇੰਝ ਦੀ ਸਾਦਾ ਜ਼ਿੰਦਗੀ ਵੱਲ ਮੋੜ ਆਓ, ਤੇ ਕਦੀ ਤੁਸੀਂ ਇਨਸ਼ਾਅੱਲਾ ਗਰੀਬ ਨਹੀਂ ਹੋਵੋਗੇ। ਗਰੀਬ ਬੰਦਾ ਉਦੋਂ ਹੁੰਦਾ ਜਦੋਂ ਆਪਣੀ ਕਾਤ ਤੋਂ ਵੱਧ ਚਾਦਰ ਦੇਖ ਕੇ ਪਾਉ ਨਹੀਂ ਫੈਲਾਉਂਦਾ, ਤੇ ਫਿਰ ਜਨਾਬ ਜ਼ਲੀਲ ਹੁੰਦਾ ਹੈ। ਅੱਲਾਹ ਤੁਹਾਨੂੰ ਸਲਾਮਤ ਰੱਖੇ। ਇਜਾਜ਼ਤ ਦਵੋ, ਸ਼ਾਦ ਰਵੋ, ਬਾਦ ਰਵੋ, ਹੱਸਦੇ ਰਵੋ। अस्सलाम वालेकुम।